सुनने वाले श्रोतियों ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਸਕਦੇ ਹੋ ਅਸੀਂ ਟਰੈਕਟਰ ਪਰੇਡ ਦੇ ਵਿੱਚ ਪਹੁੰਚ ਚੁੱਕੇ ਹਾਂ। ਅਸੀਂ ਉੱਥੇ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲਗਾਤਾਰ ਟਰੈਕਟਰਾਂ ਦਾ ਕਾਫਲਾ ਇੱਥੋਂ ਰਵਾਨਾ ਹੋ ਚੁੱਕਿਆ ਹੋਇਆ ਹੈ। ਸੋ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਪ੍ਰੋਟੈਸਟ ਹੈ ਜਿਹੜਾ ਅੱਜ ਵੀ ਉਸੇ ਤਰ੍ਹਾਂ ਜੋਸ਼ ਵਿੱਚ ਜਿਵੇਂ ਕਿ ਡੇ 1 ਤੋਂ ਚੱਲਦਾ ਆ ਰਿਹਾ ਸੀ। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਹੈ और लगातार नारेबाजी करते हुए इत्थों कुंडली बॉर्डर तो निकल चुके हैं तो जिहड़ा ये काफला है टिकरी बॉर्डर तक जाएगा। सो मैनू लगता है मोर दैन 50 ट्रैक्टर्स है जिहड़े वो निकल चुके हैं। तुसीं देख सकते हो कि इत्थे लगातार जिहड़े है ट्रैक्टर चलते जा रहे हैं। सो नौजवान बजुर्ग हर एक तुसीं देख सकते हो कि किस तरीके लगातार ट्रैक्टर चलते जा रहे हैं, नारेबाजी की जा रही है। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਇਹ 50 ਤੋਂ ਵੱਧ ਟਰੈਕਟਰ ਦਾ ਕਾਫਲਾ ਇੱਥੋਂ ਨਿਕਲ ਚੁੱਕਿਆ ਹੋਇਆ ਹੈ। ਸੋ ਕਿਸਾਨ ਲਗਾਤਾਰ ਇਸ ਪ੍ਰੋਟੈਸਟ ਨੂੰ ਜਾਰੀ ਰੱਖਣਾ ਚਾਹੁੰਦੇ ਨੇ ਤੇ ਇਹ ਜਾਰੀ ਹੀ ਰਹੇਗਾ ਜਦੋਂ ਤੱਕ ਸਰਕਾਰ ਜਿਹੜੀ ਹੈ ਤਿੰਨੋਂ ਕਾਨੂੰਨ ਰੱਦ ਨਹੀਂ ਕਰ ਦਿੰਦੀ ਹੈ। ਸੋ ਇਹ ਟਰੈਕਟਰ ਹੈ ਜਿਹੜੇ ਕੁੰਡਲੀ ਬਾਰਡਰ ਤੋਂ ਨਿਕਲ ਚੁੱਕੇ ਨੇ ਤੇ ਟਿੱਕਰੀ ਬਾਰਡਰ ਤੱਕ ਜਾਣਗੇ ਇਹ ਤੋਂ ਟਿੱਕਰੀ ਤੋਂ ਫੇਰ ਕੁੰਡਲੀ ਤੱਕ। ਸੋ ਲਗਾਤਾਰ ਟਰੈਕਟਰ ਪਰੇਡ ਐਵੇਂ ਹੀ ਜਾਰੀ ਰਹੇਗੀ। ਸੋ ਤੁਸੀਂ ਜੁੜੇ ਰਹੋ ਮੇਰੇ ਨਾਲ। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੰਜਾਬ, ਹਰਿਆਣਾ, ਰਾਜਸਥਾਨ ਦੇ ਵੱਖ-ਵੱਖ ਥਾਵਾਂ ਦੇ ਲੋਕ ਹੈ ਜਿਹੜੇ अलग-अलग ट्रैक्टर्स के उत्ते आ रहे हैं तो ट्रैक्टर राही परेड कर रहे हैं, ट्रैक्टर राही प्रोटेस्ट कर रहे हैं। सुती हुई सरकार को जगाने की कोशिश की जा रही है। तुसीं वेख सकते हो कि किस तरीके दे नाल लगातार जिहड़ी ट्रैक्टर परेड है शुरू हो चुकी है तो लगातार काफला जिहड़ा वधदा ही जा रहा। तुसीं जुड़े रहो मेरे नाल, अगे भी मैं तुहानूं रूबरू करवाती रहांगी, लाइव अपडेट्स दिंदी रहांगी कि किस तरीके दे नाल जिहड़े किसान है लगातार अज अपना प्रदर्शन कर रहे हैं। ਤੁਸੀਂ ਵੇਖ ਸਕਦੇ ਹੋ ਕਿ ਮੈਂ ਕੁੰਡਲੀ ਬਾਰਡਰ ਤੇ ਹਾਂ ਤੇ ਇੱਥੋਂ ਜਿਹੜਾ ਕਾਫਲਾ ਨਿਕਲ ਚੁੱਕਿਆ ਹੋਇਆ ਹੈ। ਸੋ ਟਰੈਕਟਰ ਦੇ ਰਾਹੀਂ ਕਿਸਾਨ ਜਿਹੜਾ ਆਪਣਾ ਪ੍ਰਦਰਸ਼ਨ ਕਰ ਰਹੇ ਨੇ। ਲਗਾਤਾਰ ਟਰੈਕਟਰ ਜਿਹੜੇ ਕੁੰਡਲੀ ਬਾਰਡਰ ਦੇ ਵੱਲ ਨੂੰ ਵਧਦੇ ਜਾ ਰਹੇ ਨੇ। ਸੋ ਸਰਕਾਰ ਵੱਲੋਂ ਵੀ ਆਪਣਾ ਮੁਲਾਜ਼ਮਾਂ ਨੂੰ ਵੀ ਇੱਥੇ ਤਾਇਨਾਤ ਕੀਤਾ ਹੋਇਆ ਤਾਂ ਜੋ ਕਿਸੇ ਕਿਸਮ ਦਾ ਇੱਥੇ ਕੋਈ ਵੀ ਦੰਗਾ ਫਸਾਦ ਨਾ ਹੋ ਸਕੇ। ਬਟ ਸਾਡੇ ਲਈ ਸਭ ਤੋਂ ਮਾਣ ਵਾਲੀ ਗੱਲ ਇਹ ਹੈ ਕਿ ਇਹ ਪ੍ਰੋਟੈਸਟ ਕਾਫੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਤੇ ਚੱਲਦਾ ਰਹੇਗਾ। ਸਭ ਤੋਂ ਮਾਣ ਵਾਲੀ ਗੱਲ ਇਹ ਹੈ ਕਿ ਇਹ ਪ੍ਰੋਟੈਸਟ ਹੈ ਜਿਹੜਾ ਇਹ ਸ਼ਾਂਤਮਈ ਢੰਗ ਦੇ ਨਾਲ ਸ਼ੁਰੂ ਹੋਇਆ ਸੀ ਤੇ ਅਸੀਂ ਇਹੋ ਗੁਜ਼ਾਰਿਸ਼ ਕਰਦੇ ਹਾਂ ਸਰਕਾਰ ਅੱਗੇ ਕਿ ਸ਼ਾਂਤਮਈ ਢੰਗ ਦੇ ਨਾਲ ਹੀ ਇਹ ਜਿਹੜਾ ਪ੍ਰੋਟੈਸਟ ਹੈ ਖਤਮ ਕੀਤਾ ਜਾਵੇ। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਜੋਸ਼ ਹੈ ਤੇ ਟਰੈਕਟਰ ਪਰੇਡ ਦਾ ਹਿੱਸਾ ਬਣੇ ਹੋਏ ਨੇ। ਟਰੈਕਟਰ ਪਰੇਡ ਕਰਕੇ ਉਹ ਇਸ ਪ੍ਰੋਟੈਸਟ ਨੂੰ ਅੱਗੇ ਹੋਰ ਵਧਾਵਾ ਦੇ ਰਹੇ ਨੇ ਤਾਂ ਜੋ ਸਰਕਾਰ ਜਾਗੇ। ਤੁਸੀਂ ਵੇਖ ਸਕਦੇ ਹੋ ਕੜਾਕੇ ਦੀ ਠੰਡ ਦੇ ਵਿੱਚ ਵੀ ਲਗਾਤਾਰ ਕਿਸਾਨ ਹੈ ਜਿਹੜੇ ਚੱਲਦੇ ਜਾ ਰਹੇ ਨੇ। ਮੋਰਚੇ ਫਤਿਹ ਕਰਵਾਉਣ ਦੀ ਲਗਾਤਾਰ ਕੋਸ਼ਿਸ਼ਾਂ ਚੱਲਦੀਆਂ ਜਾ ਰਹੀਆਂ ਨੇ। ਤੁਸੀਂ ਵੇਖ ਸਕਦੇ ਹੋ ਮੇਰੇ ਪਿੱਛੇ ਕਿਸ ਤਰੀਕੇ ਦੇ ਨਾਲ ਲਗਾਤਾਰ ਟਰੈਕਟਰ ਜਿਹੜੇ ਜਦੋਂ ਦੀ ਮੈਂ ਇੱਥੇ ਮੇਰੇ ਅੱਗੋਂ ਦੀ 50 ਤੋਂ ਵੀ ਵੱਧ ਟਰੈਕਟਰ ਇੱਥੋਂ ਲੰਘ ਚੁੱਕੇ ਨੇ। ਆ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਅੰਦਰ ਜੋਸ਼ ਹੈ। ਪੰਜਾਬ, ਹਰਿਆਣਾ, ਹਿਮਾਚਲ ਦੇ ਲਗਾਤਾਰ ਜਿਹੜੇ ਆ ਵਧਦੇ ਹੀ ਜਾ ਰਹੇ ਨੇ। ਕਿਸਾਨਾਂ ਦੇ ਅੰਦਰ ਜੋਸ਼ ਹੈ। ਆ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਟਰੈਕਟਰਾਂ ਦੇ ਉੱਪਰ ਜਾ ਕੇ ਝੰਡੇ ਲਗਾ ਕੇ ਲਗਾਤਾਰ ਜਿਹੜੇ ਆ ਲੋਕ इस मोर्चे में बढ़ते जा रहे हैं। मोदी सरकार मुर्दाबाद के जड़े नारे लगातार लगाए जा रहे हैं। सो सरकार को चाहिए कि जल्दी तो जल्दी जागे तो ये जड़े तीनों कानून बनाए हुए ने इन्हों रद्द करे। आ तुसीं वेख सकते हो कि किस तरीके दे नाल लगातार जड़े आ ट्रैक्टर जड़े आ वधदे ही जा रहे हैं। सो तुसीं मेरे नाल जुड़े रहो। असीं अगे भी तुहानूं होर इसदा हाल बयान करते जावांगे कि किस तरीके दे नाल जिहड़ा ट्रैक्टर है ਇਹ ਪ੍ਰਦਰਸ਼ਨਕਾਰੀ ਜਿਹੜੇ ਪ੍ਰਦਰਸ਼ਨ ਕਰਦੇ ਕਰਦੇ ਟਿੱਕਰੀ ਬਾਰਡਰ ਤੱਕ ਜਾਣਗੇ। ਟਿੱਕਰੀ ਬਾਰਡਰ ਤੋਂ ਫਿਰ ਕੁੰਡਲੀ ਬਾਰਡਰ ਵੱਲ ਨੂੰ ਰਵਾਨਾ ਹੋਣਗੇ। ਸੋ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਜਿਹੜੇ ਟਰੈਕਟਰ ਹੈ ਵਧਦੇ ਹੀ ਜਾ ਰਹੇ ਨੇ। ਲਗਾਤਾਰ ਕਿਸਾਨਾਂ ਦੇ ਅੰਦਰ ਜੋਸ਼ ਹੈ। ਯੰਗਸਟਰ ਜਿਨ੍ਹਾਂ ਨੂੰ ਕਦੇ ਨਸ਼ੇੜੀ ਕਿਹਾ ਜਾਂਦਾ ਸੀ ਅੱਜ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹੀ ਅੱਜ ਪੰਜਾਬ ਦੇ ਨਿਕੰਮੇ ਨਸ਼ੇੜੀ ਨੌਜਵਾਨ ਜਿਨ੍ਹਾਂ ਨੂੰ ਇਹਨਾਂ ਨਾਵਾਂ ਨਾਲ ਨਵਾਜਿਆ ਗਿਆ ਸੀ ਉਹ ਅੱਜ ਆਪਣੇ ਹੱਕਾਂ ਦੇ ਲਈ ਸੜਕਾਂ ਤੇ ਉਤਰ ਆਏ ਨੇ। ਤੁਸੀਂ ਵੇਖ ਸਕਦੇ ਹੋ ਕਿਸਾਨਾਂ ਦੇ ਅੰਦਰ ਜਿਹੜਾ ਜੋਸ਼ ਹੈ ਉਹ ਕਿਸ ਤਰੀਕੇ ਦੇ ਨਾਲ ਜਨੂਨ ਉਹਨਾਂ ਦਾ ਵਧਦਾ ਹੀ ਜਾ ਰਿਹਾ। ਆਪਣੇ ਹੱਕਾਂ ਦੀ ਖਾਤਰ ਸੜਕਾਂ ਤੇ ਉਤਰੇ ਬੈਠੇ ਸੀ ਪਹਿਲਾਂ। ਅੱਜ ਟਰੈਕਟਰ ਪਰੇਡ ਉਹਨਾਂ ਨੇ ਕੱਢੀ ਹੋਈ ਹੈ। ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਜਿਹੜੇ ਟਰੈਕਟਰ ਹੈ ਵਧਦੇ ਜਾ ਰਹੇ ਨੇ। ਕੁਝ ਲੋਕੀ ਆਪਣੀ ਗੱਡੀਆਂ ਤੇ ਝੰਡੇ ਲਗਾ ਕੇ ਤੇ ਕੁਝ ਟਰੈਕਟਰਸ ਤੇ ਝੰਡੇ ਲਗਾ ਕੇ लगातार जिहड़ी है इत्थे किसानां वालों प्रदर्शन है जिहड़ा कीता जा रहा। तुसीं वेख सकदे हो कि लगातार 50,000 ट्रैक्टर है जिहड़े चल चुके ने। 50,000 ट्रैक्टर का काफिला जिहड़ा वो चलिया होया कुंडली
ਕੁੰਡਲੀ ਬਾਰਡਰ ਤੋਂ ਚੱਲੇ ਹੋਏ ਨੇ लगातार नौजवान बजुर्ग सारे इस प्रदर्शन का हिस्सा बने हुए ने। सो लगातार ਜਿਹੜਾ ਟਰੈਕਟਰਾਂ ਦਾ ਕਾਫਿਲਾ ਜਿਹੜਾ ਚੱਲਦਾ ਹੀ ਜਾ ਰਿਹਾ। ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਟਰੈਕਟਰਾਂ ਦੇ ਉੱਤੇ ਝੰਡੇ ਲਗਾ ਕੇ ਗਾ ਕੇ ਵਜਾ ਕੇ ਜਿਹੜਾ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੜਾਕੇ ਦੀ ਠੰਡ ਹੈ ਬਟ ਫਿਰ ਵੀ ਕਿਸਾਨਾਂ ਦੇ ਅੰਦਰ ਜਿਹੜਾ ਜਨੂਨ ਹੈ ਉਸੇ ਤਰੀਕੇ ਦੇ ਨਾਲ ਕਾਇਮ ਹੈ। ਸੋ ਲਗਾਤਾਰ ਜਿਹੜਾ ਇਹ ਜੋਸ਼ ਹੈ ਵਧਦਾ ਹੀ ਜਾ ਰਿਹਾ। ਸ਼ਾਇਦ ਸਰਕਾਰ ਹੁਣ ਜਲਦੀ ਹੀ ਜਾਗਣ ਵਾਲੀ ਹੈ ਕਿਉਂਕਿ ਜਿਹੜੇ ਨੌਜਵਾਨ ਬਜ਼ੁਰਗ ਹਰ ਕਿਸੇ ਨੇ ਇਸ ਉਸ ਦੇ ਵਿੱਚ लगातार हिस्सा बने हुए ने। लगातार ट्रैक्टरों के उत्ते नौजवान जेड़े है प्रदर्शन कर रहे ने, नारेबाजी की जा रही है, लगातार जेड़े है वाधे जा रहे ने। सो ट्रैक्टर 50,000 की गिणती तक जेड़े ट्रैक्टर उत्थे चल चुके हैं। सो ये ट्रैक्टर है जेड़े कुंडली बॉर्डर ते रुकणगे। सो तुसीं वेख सकदे हो कि किस तरीके दे नाल लगातार जेड़े ट्रैक्टर्स वाधे जा रहे ने। तुसीं वेख सकदे हो मेरे पिछे किस तरीके दे नाल नौजवान जेड़े है ट्रैक्टरों के उत्ते लटक के बिना अपनी जान की परवाह किए हुए ये ट्रैक्टर परेड अज कर रहे हैं। ट्रैक्टर परेड करके वो सरकार को जगा रहे हैं। सो सरकार को भी चाहिए कि जल्दी तो जल्दी सरकार कोई फैसला कर दे तां जो ये जिहड़ा रोस प्रदर्शन है ये किसी भी जंग का हिस्सा ना बन सके। तुसीं वेख सकते हो कि किस तरीके दे नाल लगातार ही ये काफिला वधदा जा रहा है। तुसीं देख सकते हो कि मेरे पिछे किस तरीके दे नाल ਗੱਡੀਆਂ ਦੇ ਉੱਪਰ ਚੜ ਕੇ ਟਰੈਕਟਰਾਂ ਦੇ ਉੱਪਰ ਚੜ ਕੇ ਲਟਕ ਕੇ ਨਾਲ ਇਹ ਜਿਹੜਾ ਪ੍ਰਦਰਸ਼ਨ ਹੈ ਇਹ ਵਧਦਾ ਹੀ ਜਾ ਰਿਹਾ। ਲਗਾਤਾਰ ਜਿਹੜੇ ਕਿਸਾਨ ਹੈ ਇਸ ਪ੍ਰਦਰਸ਼ਨ ਦਾ ਲਗਾਤਾਰ ਹੀ ਜੋਸ਼ ਦੇ ਨਾਲ ਪ੍ਰਦਰਸ਼ਨ ਕਰ ਵੇਖ ਸਕਦੇ ਹੋ ਮੇਰੇ ਪਿੱਛੇ ਜਿਹੜਾ ਹੈ ਟਰੈਕਟਰਾਂ ਦਾ ਕਾਫਲਾ ਲਗਾਤਾਰ ਸ਼ੁਰੂ ਹੋ ਚੁੱਕਿਆ ਹੋਇਆ, ਲਗਾਤਾਰ ਵਧਦਾ ਹੀ ਜਾ ਰਿਹਾ। ਇਹ ਜਿਹੜਾ ਕਾਫਲਾ ਹੈ ਟਿਕਰੀ ਬਾਰਡਰ ਤੋਂ ਤੱਕ ਪਹੁੰਚੇਗਾ, ਕੁੰਡਲੀ ਬਾਰਡਰ ਤੋਂ ਚੱਲਿਆ ਸੀ। ਸੋ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਅੰਦਰ ਬਜ਼ੁਰਗਾਂ ਦੇ ਅੰਦਰ ਕਿੰਨਾ ਜੋਸ਼ ਹੈ। ਸੋ ਆਪਣੇ ਹੱਕਾਂ ਦੀ ਲੜਾਈ ਲੜਨਾ ਕਿਤੇ ਕੋਈ ਗੁਨਾਹ ਨਹੀਂ ਹੈ। ਜਿੱਥੇ ਹੱਕਾਂ ਦੀ ਗੱਲ ਆ ਜੇ ਉੱਥੇ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੀ ਹਰ ਤਰੀਕੇ ਦੇ ਨਾਲ ਹਰ ਸੰਭਵ ਤਰੀਕੇ ਦੇ ਨਾਲ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਤੁਸੀਂ ਵੇਖ ਸਕਦੇ ਹੋ ਮੇਰੇ ਕਿਸਾਨ ਤਰੀਕੇ ਦੇ ਨਾਲ ਲਗਾਤਾਰ ਬਜ਼ੁਰਗ ਵੀ इस प्रदर्शन का हिस्सा बने हुए ने क्योंकि इत्थे जिहड़ी गल है अपने हक्कां दी आई हुई है। जो जिथे सरकार ने किसानां दे हक्कां दी जिहड़ा किसान की अन्नदाता बनया होया है ਉਹ ਜਿਹੜਾ पूरे पंजाब ਨੂੰ रोटी खवाउंदा है अज ਉਹਦੀ ही रोजी रोटी का सवाल है। ਉਹਦੀ ही रोजी रोटी जिहड़ी सरकार ਵੱਲੋਂ खोई जा रही है। सो सरकार ਨੂੰ ਚਾਹੀਦਾ है कि ਜਿਹੜਾ ਇਹ फैसला है जल्दी तो जल्दी बदले ਤਾਂ जो ਇਹ ਜਿਹੜੇ नौजवान अपने कामकार छड्ड के ਇਹ ਬਜ਼ੁਰਗ ਜਿਨ੍ਹਾਂ ਦੀ ਘਰ ਵਿੱਚ ਆਰਾਮ ਕਰਨ ਦੀ ਉਮਰ ਹੈ ਉਹ ਵੀ ਇਸ ਪ੍ਰਦਰਸ਼ਨ ਦਾ ਹਿੱਸਾ ਬਣੇ ਹੋਏ ਤੁਸੀਂ ਵੇਖ ਸਕਦੇ ਹੋ ਮੇਰੇ ਪਿੱਛੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਪਰੇਡ ਕਿੱਥੋਂ ਤੇ ਕਿੱਥੋਂ ਤੱਕ ਜਾ ਰਹੀ ਹੈ ਤੁਹਾਡੀ? ਇਹ ਨਾ ਸਿੰਘੂ ਬਾਰਡਰ ਤੋਂ ਚੱਲਣੀ ਹੈ ਤਾਂ ਉਧਰ ਟਿਕਰੀ ਬਾਰਡਰ ਤੋਂ ਆਦੇ ਵਿੱਚ ਆਪਾਂ ਮਿਲਣਾ ਉਹਨਾਂ ਫਿਰ ਉੱਥੋਂ ਵਾਪਸ ਚੱਲ ਜਾਣਾ ਤੇ ਅਸੀਂ ਵਾਪਸ ਆ ਜਾਣਾ ਆਪਸ ਵਿੱਚ ਮਿਲਣੀ ਕਰਕੇ। ਇਹ ਪਰੇਡ ਦੇ ਰਾਹੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰਕਾਰ ਨੂੰ? ਅਸੀਂ ਸਰਕਾਰ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਹੜੇ ਕਾਲੇ ਕਾਨੂੰਨ ਨੇ ਵਾਪਸ ਕਰ ਲੈ। ਅਸੀਂ ਤਾਂ ਚੁੱਪ ਕਰਕੇ ਬੈਠੇ ਸੀ, ਹੁਣ ਥੋੜਾ ਜਿਹਾ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਵੀ ਇਹ ਕਾਨੂੰਨ ਵਾਪਸ ਕਰਾ ਕੇ ਹੀ ਵਾਪਸ ਮੁੜਾਂਗੇ, ਨਹੀਂ ਤੇ ਦਿੱਲੀ ਧਰਨਾ ਲਗਾਤਾਰ ਜਾਰੀ ਰਹੇਗਾ। ਜੀ ਬਿਲਕੁਲ ਆਲ ਦਾ ਬੈਸਟ। ਤੁਸੀਂ ਵੇਖ ਸਕਦੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਬਜ਼ੁਰਗ ਜਿਨ੍ਹਾਂ ਦੀ ਘਰ ਵਿੱਚ ਆਰਾਮ ਕਰਨ ਦੀ ਉਮਰ ਹੈ ਉਹ ਵੀ ਟਰੈਕਟਰਾਂ ਦੇ ਉੱਤੇ ਪੂਰੇ ਜੋਸ਼ ਦੇ ਨਾਲ ਆਏ ਹੋਏ ਨੇ। ਸੋ ਉਹਨਾਂ ਦਾ ਕਹਿਣਾ ਹੈ ਕਿ ਉਹ ਜਿਹੜੇ ਪਰੇਡ ਕਰਕੇ ਸਰਕਾਰ ਨੂੰ ਜਗਾ ਰਹੇ ਨੇ ਤਾਂ ਜੋ ਸਰਕਾਰ ਜਿਹੜੀ ਹੈ ਜਾਗ ਸਕੇ ਤੇ ਜਿਹੜੇ ਕਾਲੇ ਕਾਨੂੰਨ ਬਣਾਏ ਨੇ ਇਹਨਾਂ ਨੂੰ ਰੱਦ ਕੀਤਾ ਜਾ ਸਕੇ। ਸੋ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਕਿਸ ਤਰੀਕੇ ਦੇ ਨਾਲ ਲਗਾਤਾਰ इतनी ठंड है लेकिन कोई सरकार सुन नहीं रही, उनकी कान पे जूं तक नहीं रेंग रही। फिर भी हम जब तक हम अपनी लड़ाई लड़ेंगे जब तक हम अपना हक नहीं ले लेते। अपने हक के लिए खड़े हैं, रोजी रोटी के लिए खड़े हैं। अगर किसान ही भूखा मर गया तो देश कैसे चलेगा? मोदी सरकार क्यों नहीं समझ रही इस बात को? मोदी आखिर चाहता क्या है? सरकार समझ क्यों नहीं रही है? इतनी जब तक तीनों कानून वापस नहीं होते तब तक उल्टे नहीं हटेंगे। इतनी जनसंख्या है लेकिन मोदी कहता है किसान नहीं है। अगर किसान नहीं है तो हमें आकर बता तो देगी ये कौन है। कभी हमें अतवादी बताते हैं, कभी पाकिस्तानी बताते हैं, कभी खालिस्तानी बताते हैं। हम हमारे बीच तो आए, हमें बताए तो कि हम कहाँ से आए हैं। लड़ने के लिए आखिर हम अपने हक के लिए खड़े हैं जहाँ पर। जी बिल्कुल ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਅੰਦਰ ਜੋਸ਼ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਦੇ ਅੱਤਵਾਦੀ ਦੱਸਿਆ ਜਾ ਰਿਹਾ, ਕਦੇ ਕੁਝ ਦੱਸਿਆ ਜਾ ਰਿਹਾ। ਸੋ ਆਪਣੇ ਹੱਕਾਂ ਦੀ ਲੜਾਈ ਲੜਨਾ ਕਿਤੇ ਕੋਈ ਗੁਨਾਹ ਨਹੀਂ ਹੈ। ਆਪਣੇ ਹੱਕਾਂ ਦੀ ਖਾਤਰ ਲਗਾਤਾਰ ਜਿਹੜਾ ਵਧਦਾ ਜਾ ਰਿਹਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਤੁਸੀਂ ਪੂਰੇ ਦਿੱਲੀ ਦਾ ਘਿਰਾਵ ਕਦੋਂ ਤੱਕ ਰੱਖਣਾ ਹੈ? ਅਸੀਂ 26 ਨੂੰ ਪੂਰਾ ਰੱਖਣਾ। ਅੱਜ ਟ੍ਰੇਲਰ ਹੀ ਕੰਡਾ ਹੈ ਜੇ।
ਅੱਜ ਟ੍ਰੇਲਰ ਚੱਲ ਰਿਹਾ ਤੁਹਾਡਾ, ਸੋ ਹਰ ਰੋਜ਼ ਐਵੇਂ ਟਰੈਕਟਰ ਪਰੇਡ ਹੋਏਗੀ ਇੱਥੇ? ਰੋਜ਼ ਨਹੀਂ ਹੋਊਗੀ, ਅੱਜ ਹੋਊਗੀ, 26 ਨੂੰ ਹੋਊਗੀ ਜਾ ਕੇ। ਹਾਂ 26 ਨੂੰ ਹੋਊਗੀ। ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਕਹਿਣਾ ਹੈ ਕਿ ਦਿੱਲੀ ਦਾ ਘਿਰਾਵ ਕੀਤਾ ਜਾ ਰਿਹਾ। ਅੱਜ ਟ੍ਰੇਲਰ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਆ ਟਰੈਕਟਰ ਪਰੇਡ ਰਹੀ ਸਰਕਾਰ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਅਸੀਂ ਦੇਣਾ ਚਾਹੁੰਦੇ ਵੀ ਕਾਲੇ ਕਾਨੂੰਨ ਵਾਪਸ ਕਰੇ ਤੇ ਅਸੀਂ ਨਹੀਂ ਤਾਂ ਉਹਨਾਂ ਚਿਰ ਅਸੀਂ ਇੱਥੇ ਰਹਾਂਗੇ, ਜੋ ਸਾਡੇ ਕੋਲ ਦਾਰੂ ਅਸੀਂ ਕਰੀ ਜਾਵਾਂਗੇ। ਕਾਲੇ ਕਾਨੂੰਨ ਬੰਦ ਕਰੇ ਸਰਕਾਰ ਮੁਰਦਾ। ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਨਾਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਪੁੱਛਦੇ ਹੋ ਜੀ? ਤੁਸੀਂ ਟਰੈਕਟਰ ਪਰੇਡ ਕਰਕੇ ਸਰਕਾਰ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਅਸੀਂ ਟਰੈਕਟਰ ਪਰੇਡ ਦੇ ਉੱਤੇ ਮੈਡਮ ਜੀ ਅੱਜ ਸਿਰਫ ट्रेलर दिखा रहे हैं। वो जो 26 तारीख ਨੂੰ है ना, वो फिल्म उस दिन दिखाएंगे। अब तुमने देख लिया भी 2.5-3 लाख ट्रैक्टर है, ये ट्रेलर है। हमारियां हरियाणे की बीबियां ਜੀ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਕੁੰਡਲੀ ਬਾਰਡਰ ਤੇ ਆ ਤੇ ਇੱਥੇ ਜਿਹੜਾ ਟਰੈਕਟਰਾਂ ਦਾ ਕਾਫਲਾ ਲਗਾਤਾਰ ਵਧਦਾ ਹੀ ਜਾ ਰਿਹਾ। ਲਗਾਤਾਰ ਜਿਹੜੇ ਹੈ ਕਿਸਾਨ ਪ੍ਰਦਰਸ਼ਨ ਕਰਦੇ ਨੇ ਤੇ ਉਹ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਮੇਰੇ ਸਾਹਮਣੇ ਕਿੰਨੇ ਜ਼ਿਆਦਾ ਟਰੈਕਟਰਾਂ ਦਾ ਕਾਫਲਾ ਹੈ ਜਿਹੜਾ ਲਗਾਤਾਰ ਹੀ ਵਧਦਾ ਜਾ ਰਿਹਾ। ਸੋ ਟਰੈਕਟਰਾਂ ਦੇ ਉੱਤੇ ਹਰ ਇੱਕ ਕਿਸਾਨ ਦੀ ਸਿਰਫ ਇੱਕੋ ਇੱਕ ਇਹੋ ਡਿਮਾਂਡ ਹੈ ਕਿ ਸਰਕਾਰ ਜਿਹੜੀ ਹੈ ਤਿੰਨੋਂ ਕਾਨੂੰਨ ਰੱਦ ਕਰਨ। ਸੋ ਆਓ ਅਸੀਂ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਜਿਹੜੇ ਕਾਫਲੇ ਦੇ ਵਿੱਚ ਸ਼ਾਮਿਲ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਤੁਸੀਂ ਇਹ ਟਰੈਕਟਰ ਪਰੇਡ ਰਾਹੀਂ ਸਰਕਾਰ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਅਸੀਂ ਟਰੈਕਟਰ ਪਰੇਡ ਰਾਹੀਂ ਸਰਕਾਰ ਜਿਹੜੀ ਸੁੱਤੀ ਪਈ ਆ, ਗੁੰਗੀ ਬੋਲੀ ਸਰਕਾਰ ਜਿਹੜੀ ਆ ਸੁੱਤੀ ਪਈ, ਉਹਨੂੰ ਜਗਾਉਣਾ ਚਾਹੁੰਦੇ ਆ। ਉਹਨੂੰ ਅਸੀਂ ਦੱਸਣਾ ਚਾਹੁੰਦੇ ਆ ਅਸੀਂ ਇੱਥੇ ਹੀ ਆ। ਉਹ ਇਹ ਗਲਤ ਇਨਸਾਨ ਰਾਤ ਨੂੰ ਵੀਡੀਓ ਪਾਉਂਦੇ ਆ, ਤੰਬੂ ਖਾਲੀ ਹੋ ਗਏ, ਕਿਸਾਨ ਚੱਲ ਗਏ, ਉਹ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਸਰਕਾਰ ਕਿਸਾਨ ਸਾਰੇ ਇੱਥੇ ਹੀ ਆ। ਇੱਥੇ ਪੂਰੇ ਅਸੀਂ KYC ਰੋਡ ਘੇਰਾਂਗੇ। ਜੇ ਕਿਸਾਨ ਸਰਕਾਰ ਨੇ ਫਿਰ ਵੀ ਨਾ ਕਾਨੂੰਨ ਇਹਦੇ ਬਾਰੇ ਸੋਚਿਆ, ਫਿਰ ਅਗਲੀ ਰਣਨੀਤੀ ਜਿਹੜੇ ਸਾਡੇ ਲੀਡਰ ਸਾਹਿਬਾਨ ਦੇਣਗੇ। ਜੀ ਬਿਲਕੁਲ, ਲਗਾਤਾਰ ਜਿਹੜਾ ਟਰੈਕਟਰਾਂ ਦਾ ਕਾਫਲਾ ਵਧਦਾ ਹੀ ਜਾ ਰਿਹਾ। ਸੋ 50,000 ਦੇ ਕਰੀਬ ਜਿਹੜੇ ਟਰੈਕਟਰ ਚੱਲ ਚੁੱਕੇ ਨੇ ਟਿੱਕਰੀ ਬਾਰਡਰ ਤੇ ਕੁੰਡਲੀ ਬਾਰਡਰ ਤੇ ਸਿੰਘੂ ਬਾਰਡਰ। ਸੋ ਲਗਾਤਾਰ ਦਿੱਲੀ ਦਾ ਘਿਰਾਵ ਹੋ ਰਿਹਾ। ਤੁਹਾਡਾ ਕੀ ਕਹਿਣਾ ਹੈ ਕਿ ਇਹ ਘਿਰਾਵ ਐਵੇਂ ਲਗਾਤਾਰ ਹੀ ਚੱਲਦਾ ਰਹੇਗਾ ਜਦੋਂ ਤੱਕ ਸਰਕਾਰ ਤਿੰਨੋਂ ਕਾਨੂੰਨ ਰੱਦ ਨਹੀਂ ਕਰ ਦਿੰਦੀ ਹੈ? ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ ਇਹ ਘਿਰਾਵ ਵੱਧਦਾ ਜਾਊਗਾ ਔਰ ਬਹੁਤ ਛੇਤੀ ਇਹਨਾਂ ਨੂੰ ਟਾਈਟ ਕੀਤਾ ਜਾਊਗਾ। ਵੀ ਹੋ ਸਕਦਾ ਜੇ ਲੇਟ ਕਰੀ ਜਾਂਦੇ ਤਾਂ ਅਸੀਂ ਲਾਲ ਕਿਲੇ ਤੇ ਜਾ ਕੇ ਘਿਰਾ ਕਰੀਏ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਅੱਜ ਇਹ ਇੱਕ ਟ੍ਰੇਲਰ ਹੈ ਤੇ 26 ਜਨਵਰੀ ਨੂੰ ਜਿਹੜਾ ਮੂਵੀ ਰਿਲੀਜ਼ ਹੋਏਗੀ ਕਿਸਾਨਾਂ ਵੱਲੋਂ ਕਿ ਅੱਜ ਸ਼ਕਤੀ ਪ੍ਰਦਰਸ਼ਨ ਦਿਖਾਇਆ ਜਾ ਰਿਹਾ ਹੈ ਸਰਕਾਰ ਨੂੰ? ਜੀ ਜੀ ਜੀ, ਇਹ ਸਾਡਾ ਸ਼ਕਤੀ ਪ੍ਰਦਰਸ਼ਨ ਵੀ ਕਹਿ ਲਓ। ਸਾਡੀ ਤਾਂ ਇਹ ਹੀ ਆ, ਸਰਕਾਰ ਨੂੰ ਸੇਧ ਹੀ ਆ, ਬੇਨਤੀ ਆ ਵੀ ਕਾਨੂੰਨ ਰੱਦ ਕਰੋ। ਸਾਡੇ ਰੋਜ਼ ਡੇਲੀ 1-2 ਬਜ਼ੁਰਗਾਂ ਦੀ ਮੌਤ ਹੁੰਦੀ ਆ, ਬਹੁਤ ਮੰਦਭਾਗੀ ਆ। ਸਰਕਾਰ ਕਿਉਂ ਨਹੀਂ ਸੋਚ ਰਹੀ ਇਹਦੇ ਬਾਰੇ? ਬਹੁਤ ਸਰਕਾਰ ਨੂੰ ਮਾੜੀ ਗੱਲ ਵਾ। ਮੇਰੇ ਨਾਲ ਬੈਠੇ, ਮੇਰੇ ਨਾਲ ਜਿੰਦਰ ਸਧਾਣਾ ਬੈਠੇ ਆ, ਇਹ ਗੱਲ ਕਰਨ। ਹਾਂਜੀ ਜਿੰਦਰ ਸਧਾਣਾ ਜੀ, ਸਤਿ ਸ਼੍ਰੀ ਅਕਾਲ। ਮੈਂ ਹਲਚਲ ਟੀਵੀ ਤੋਂ ਜਸ਼ਨ ਹਾਂ ਮੈਂ। ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਜਿਹੜਾ ਸ਼ਕਤੀ ਪ੍ਰਦਰਸ਼ਨ ਸਰਕਾਰ ਨੂੰ ਦਿਖਾਇਆ ਜਾ ਰਿਹਾ, ਸੋ ਤੁਹਾਨੂੰ ਲੱਗਦਾ ਹੈ ਕਿ ਸੁੱਤੀ ਹੋਈ ਸਰਕਾਰ ਜਾਗ ਜਾਏਗੀ ਇਸ ਤਰ੍ਹਾਂ ਟਰੈਕਟਰ ਪਰੇਡ ਕਰਕੇ ਤੇ ਆਪਣਾ ਜੋ ਵੀ ਸ਼ਕਤੀ ਪ੍ਰਦਰਸ਼ਨ ਦਿਖਾ ਰਹੇ ਨੇ ਕਿਸਾਨ? ਸਾਰਿਆਂ ਨੂੰ ਬੜਾ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਸਰਕਾਰ ਹੈ ਜੀ ਉਹ ਸਾਨੂੰ ਅਣਗੌਲਿਆ ਕਰ ਰਹੀ ਹੈ, ਪਰ ਜਿਹੜੇ ਸ਼ਕਤੀ ਪ੍ਰਦਰਸ਼ਨ ਹੈ ਇਹ ਇੱਕ ਦਿਨ ਕੰਮ ਹੀ ਆਉਣਾ ਹੈ। ਅੱਜ ਲੋਕਾਂ 'ਚ ਜੋਸ਼ ਬਹੁਤ ਜ਼ਿਆਦਾ ਹੈ ਕਿਉਂਕਿ ਬਹੁਤ ਦਿਨ ਹੋ ਗਏ ਸੀ ਜਿਹੜੀ ਸਾਡੀਆਂ ਜਥੇਬੰਦੀਆਂ ਉਹਨਾਂ ਨੇ ਕੋਈ ਪ੍ਰੋਗਰਾਮ ਨਹੀਂ ਦਿੱਤਾ ਸੀਗਾ। ਪਰ ਅੱਜ ਜਿਹੜਾ ਇਹ ਪ੍ਰੋਗਰਾਮ ਹੈ ਇਹ 'ਚ ਲੋਕਾਂ ਦਾ ਜੋਸ਼ ਵੇਖਣ ਵਾਲਾ ਹੈ ਤੇ ਇਹ ਜਿਹੜੀ ਸਰਕਾਰ ਵੀ ਵੇਖੂਗੀ ਵੀ ਲੋਕਾਂ 'ਚ ਕਿੰਨਾ ਕੁ ਜੋਸ਼ ਹੈ। ਨੌਜਵਾਨ ਅੱਜ ਬਹੁਤ ਜੋਸ਼ ਨਾਲ ਜਾ ਰਹੇ ਆ ਜੀ, ਤੁਸੀਂ ਦੇਖ ਸਕਦੇ ਹੋ। ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਨੌਜਵਾਨਾਂ ਦਾ ਜੋਸ਼ ਹੈ ਜਿਹੜਾ ਐਵੇਂ ਹੀ ਬਰਕਰਾਰ ਰਹੇਗਾ? ਹਾਂਜੀ, ਨੌਜਵਾਨ ਜਾਗ ਚੁੱਕੇ ਆ। ਉਹਨਾਂ 'ਚ ਪਹਿਲਾਂ ਮੰਨ ਲਓ ਜਾਗਰਤੀ ਹੈ ਨਹੀਂ ਸੀ, ਹੁਣ ਜਾਗ ਚੁੱਕੇ ਆ। ਉਹ ਭਾਵੇਂ ਦੀ 2 ਮਹੀਨੇ ਬੈਠਣਾ ਪੈ ਜੇ, 3 ਮਹੀਨੇ ਬੈਠਣਾ ਪੈ ਜੇ, ਨੌਜਵਾਨ ਇੱਥੋਂ ਨਹੀਂ ਹਟਣਗੇ। ਨੌਜਵਾਨ ਜੰਗ ਜਿੱਤ ਕੇ ਜਾਣਗੇ। ਸੋ ਹੁਣ ਕਿਸਾਨਾਂ ਨੂੰ ਕੋਈ ਵੀ ਪਰਵਾਹ ਨਹੀਂ ਹੈ, ਚਾਹੇ ਉਹਨਾਂ ਨੂੰ ਅੱਤਵਾਦੀ ਕਹਿਣ ਜਾਂ ਨਸ਼ੇੜੀ ਕਹਿਣ ਜਾਂ ਕੁਝ ਵੀ ਕਹਿਣ, ਉਹ ਆਪਣੇ ਹੱਕ ਜਿਹੜੇ ਵਾਪਸ ਲੈ ਕੇ ਹੀ ਜਾਣਗੇ। ਦੇਖੋ ਜੀ, ਕਿਸਾਨ ਨਾ ਤਾਂ ਨਸ਼ੇੜੀ ਹੈ ਨਾ ਅੱਤਵਾਦੀ ਹੈ। ਉਹ ਇੱਕ ਸਿਰਫ ਇਹਨਾਂ ਦੇ ਭਰਮ ਫੈਲਾਏ ਹੋਏ ਸੀ, ਉਹ ਦੂਰ ਹੋ ਗਏ ਨੇ। ਵੀ ਪਿਛਲੇ 3 ਦਿਨ ਦੇਖੋ ਵੀ ਕਿੰਨਾ ਮੀਂਹ ਪਿਆ ਜੀ, ਠੀਕ ਹੈ, ਕਿੰਨਾ ਇੱਥੇ ਬੁਰਾ ਹਾਲ ਹੋਇਆ, ਪਰ ਕੋਈ ਕਿਸਾਨ ਨਹੀਂ ਘਟਿਆ। ਇੱਥੇ ਬਜ਼ੁਰਗ ਆ ਉਹ ਵੀ ਉਵੇਂ ਹੀ ਬੈਠੇ ਰਹੇ, ਬੱਚੇ ਹੀ ਬੈਠੇ ਰਹੇ, ਔਰਤਾਂ ਭੈਣਾਂ ਸਾਰੀਆਂ ਬੈਠੀਆਂ ਰਹੀਆਂ ਜੀ। ਤੇ ਨੌਜਵਾਨ ਤਾਂ ਪਿੱਛੇ ਕਿਉਂ ਹਟਣਗੇ? ਇਸ ਲਈ ਜੀ ਇਹ ਜੰਗ ਹੁਣ ਤਾਂ ਜਿੱਤ ਚੁੱਕੇ ਆ ਆਪਾਂ। ਸੋ ਜਿਵੇਂ ਲਗਾਤਾਰ ਮੌਤਾਂ ਦਾ ਸਿਲਸਿਲਾ ਵੱਧਦਾ ਜਾ ਰਿਹਾ, ਹੁਣ ਵੀ ਇੱਕ ਅੱਧਾ ਦਿਨ ਪਹਿਲਾਂ ਵੀ ਮੌਤਾਂ ਹੋਈਆਂ ਨੇ 2। ਸੋ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਜਾਗ ਜਾਏਗੀ, ਮੌਤਾਂ ਦਾ ਸਿਲਸਿਲਾ ਜਿਹੜਾ ਰੁਕ ਜਾਏਗਾ ਜਲਦੀ ਹੀ? ਸਰਕਾਰ ਜੀ ਥੋੜ੍ਹਾ ਟਾਈਮ ਲੈ ਸਕਦੀ ਹੈ, ਹਫ਼ਤਾ 2 ਹਫ਼ਤੇ। ਪਰ ਸਰਕਾਰ 'ਤੇ ਜਿਹੜਾ ਪ੍ਰੈਸ਼ਰ ਹੈ ਨਾ ਉਹ ਬਹੁਤ ਜ਼ਿਆਦਾ ਬਣ ਚੁੱਕਿਆ। ਜਿਹੜੀ 26 ਜਨਵਰੀ ਵਾਲੀ ਕਾਲ ਆ ਯੂਨੀਅਨ ਦੀ, ਉਹਦੇ ਨਾਲ ਸਰਕਾਰ 'ਤੇ ਹੋਰ ਪ੍ਰੈਸ਼ਰ ਪੈਣਾ ਜੀ।
ਤਾਂ ਕਰਕੇ ਸਰਕਾਰ ਨੂੰ ਮੰਨਣਾ ਪੈਣਾ ਜਲਦ ਤੋਂ ਜਲਦ। ਸੋ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਜਿਹੜਾ ਜੋਸ਼ ਆ ਵਧਦਾ ਹੀ ਜਾ ਰਿਹਾ ਤੇ ਲਗਾਤਾਰ ਇਸ ਤਰੀਕੇ ਦੇ ਨਾਲ ਹੀ ਇਹ ਕਾਫਲਾ ਵੀ ਤੁਰਦਾ ਰਹੇਗਾ ਜਦੋਂ ਤੱਕ ਮੰਜ਼ਿਲਾਂ ਹਾਸਲ ਨਹੀਂ ਹੁੰਦੀਆਂ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਓਕੇ ਜੀ ਆਲ ਦਾ ਬੈਸਟ ਮੇਰੇ ਵੱਲੋਂ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਜਿਹੜੀ ਤਿੰਨੋਂ ਕਾਨੂੰਨ ਰੱਦ ਨਹੀਂ ਕਰ ਦਿੰਦੀ ਹੈ ਇਹ ਸਿਲਸਿਲਾ ਐਵੇਂ ਹੀ ਚੱਲਦਾ ਰਹੇਗਾ। ਸੋ ਸਰਕਾਰ ਨੂੰ ਮੈਂ ਗੁਜ਼ਾਰਿਸ਼ ਕਰਦੀ ਹਾਂ ਕਿ ਮੌਤਾਂ ਦਾ ਸਿਲਸਿਲੇ ਨੂੰ ਰੋਕਿਆ ਜਾਵੇ ਤੇ ਤਿੰਨੋਂ ਕਾਲੇ ਕਾਨੂੰਨ ਰੱਦ ਕੀਤੇ ਜਾਣ ਤਾਂ ਜੋ ਪੰਜਾਬ ਦੇ ਜਿਹੜੇ ਨੌਜਵਾਨ ਹੈ ਜਿਹੜੇ ਆਪਣੇ ਘਰ-ਬਾਰ ਛੱਡ ਕੇ ਇੱਥੇ ਰੋਸ ਪ੍ਰਦਰਸ਼ਨ ਦਾ ਹਿੱਸਾ ਬਣੇ ਹੋਏ ਨੇ, ਲਗਾਤਾਰ ਰੋਸ ਪ੍ਰਦਰਸ਼ਨ ਇਹ ਚੱਲਦਾ ਜਾ ਰਿਹਾ, ਵੱਧਦਾ ਹੀ ਜਾ ਰਿਹਾ ਅੱਗੇ ਤੋਂ ਅੱਗੇ, ਤਾਂ ਜੋ ਇਹ ਵੀ ਆਪਣਾ ਕੈਰੀਅਰ ਸੈੱਟ ਕਰ ਸਕਣ, ਆਪਣੇ ਘਰ-ਬਾਰ ਜਾ ਕੇ ਸੰਭਾਲ ਸਕਣ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਜੋਸ਼ ਹੈ ਜਿਹੜਾ ਵੱਧਦਾ ਹੀ ਜਾ ਰਿਹਾ ਤੇ ਐਵੇਂ ਹੀ ਲਗਾਤਾਰ ਬਰਕਰਾਰ ਰਹੇਗਾ ਜਦੋਂ ਤੱਕ ਸਰਕਾਰ ਹੈ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੰਦੀ। ਇਹ ਜੋਸ਼ ਐਵੇਂ ਹੀ ਚੱਲੇਗਾ। ਸੋ ਤੁਸੀਂ ਵੇਖਿਆ, ਅੱਜ ਤੁਹਾਨੂੰ ਅਸੀਂ ਵਿਖਾਇਆ ਕਿ ਕਿਸ ਤਰੀਕੇ ਦੇ ਨਾਲ ਟਰੈਕਟਰ ਪਰੇਡ ਕੀਤੀ ਹੈ ਕਿਸਾਨਾਂ ਨੇ, ਆਪਣਾ ਸ਼ਕਤੀ ਪ੍ਰਦਰਸ਼ਨ ਦਿਖਾਇਆ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਲਈ। ਸੋ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਤਾਂ ਸਿਰਫ ਅੱਜ ਟ੍ਰੇਲਰ ਹੈ, 26 ਜਨਵਰੀ ਨੂੰ ਮੂਵੀ ਦਿਖਾਈ ਜਾਏਗੀ। ਸੋ ਸਰਕਾਰ ਨੂੰ ਚਾਹੀਦਾ ਹੈ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੇ ਟਰੈਕਟਰ ਤੇ ਪਰੇਡ ਕਰਕੇ ਦਿੱਲੀ ਦਾ ਘਿਰਾਵ ਅੱਜ ਕੀਤਾ ਹੈ, ਇਹ ਘਿਰਾਵ ਹੁਣ ਲਗਾਤਾਰ ਹੀ ਚੱਲੇਗਾ ਜਦੋਂ ਤੱਕ ਸਰਕਾਰ ਹੈ ਜਿਹੜੀ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੰਦੀ ਹੈ। ਤੁਸੀਂ ਵੇਖ ਸਕਦੇ ਹੋ ਕਿ ਅਸੀਂ ਪੁਲਵਨ ਮਾਨੇਸਰ ਦੇ ਤੋਂ ਵੀ ਅੱਗੇ ਵੱਧ ਚੁੱਕੇ ਹਾਂ, ਅਸੀਂ ਨੈਸ਼ਨਲ ਹਾਈਵੇ ਤੇ ਲਗਾਤਾਰ ਵਧਦੇ ਜਾ ਰਹੇ ਹਾਂ। ਤੁਸੀਂ ਵੇਖ ਸਕਦੇ ਹੋ ਕਿ ਮੇਰੇ ਪਿੱਛੇ ਕਿਸਾਨਾਂ ਦਾ ਜਿਹੜਾ ਜੋਸ਼ ਹੈ ਉਹ ਤੁਸੀਂ ਵੇਖ ਸਕਦੇ ਹੋ ਕਿ ਚਾਹੇ ਕਾਲੇ ਕਾਨੂੰਨ ਬਣੇ ਹੋਏ ਨੇ, ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਪਰ ਇਹ ਰੋਸ ਪ੍ਰਦਰਸ਼ਨ ਲਗਾਤਾਰ ਹੀ ਜਾਰੀ ਰਹੇਗਾ, ਲਗਾਤਾਰ ਹੀ ਵਧਦਾ ਰਹੇਗਾ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। सत श्रीकाल जी, सत श्रीकाल ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜਾ ਜੋ ਟਰੈਕਟਰ ਪਰੇਡ ਚੱਲ ਰਿਹਾ ਹੈ? ये आज मोदी सरकार को आपके चैनल में बताना चाहते हैं कि जो कल हमारी मीटिंग है इसी में हमारा जो ये तीनों कानून है, चौथा MSP पे कानून है, बना दो, आप अच्छे रहोगे। ये 26 तारीख का जो 26 जनवरी का उनको टेलर दिखा रहे हैं, ये जो चैनल वाले इनको चैनल वाले बोलते हैं ना भी किसान चल गए हैं घरा को, ये किसानों के ट्रैक्टर हैं। ये देखो जो ट्रैक्टर पीछे आ रहे हैं ये किसानों के हैं, ये वो किसान है जो खेत में खेती करते हैं, ये वो किसान है जो अन्न उगाते हैं। तो आपने भी मोदी सरकार को बोलते हैं, आपने भी यही हमारी गेहूं ही खानी है, इसलिए ये तीनों कानून कल रद्द करने चाहिए क्योंकि कल हमारी सरकार के साथ मीटिंग है। 8 मीटिंगों में क्लोज बाई क्लोज सरकार को हमने हराया है, तो इस बार ये मोदी सरकार को ये टेलर दिखा रहे हैं। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਜੋਸ਼ ਹੈ ਉਹ ਲਗਾਤਾਰ ਹੀ ਬਰਕਰਾਰ ਹੈ। ਕਾਲੇ ਕਾਨੂੰਨ ਹੋਣ ਦੇ ਬਾਵਜੂਦ ਵੀ ਕਿਸਾਨ ਚਾਹੇ ਪ੍ਰਦਰਸ਼ਨ ਕਰ ਰਹੇ ਨੇ ਪਰ ਫਿਰ ਵੀ ਤੁਸੀਂ ਉਹਨਾਂ ਦੇ ਚਿਹਰਿਆਂ ਤੇ ਹਿੰਮਤ, ਹੌਸਲਾ, ਖੁਸ਼ੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਜਿਹੜਾ ਜਜ਼ਬਾ ਹੈ ਉਹ ਵਧਦਾ ਹੀ ਜਾ ਰਿਹਾ। ਆ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਪ੍ਰਦਰਸ਼ਨ ਹੋ ਰਿਹਾ, ਕਾਫਲਾ ਵਧਦਾ ਹੀ ਜਾ ਰਿਹਾ। ਚਾਹੇ ਗੱਲ ਕਿਤੇ ਦੀ ਵੀ ਹੋਵੇ, ਹਰਿਆਣਾ, ਪੰਜਾਬ, ਰਾਜਸਥਾਨ, ਪਰ ਹਰ ਸਟੇਟ ਦੇ ਵਿੱਚ ਕਿਸਾਨ ਰਹਿੰਦੇ ਨੇ। ਕਿਸਾਨ ਜਿਹੜੇ ਆ ਲਗਾਤਾਰ ਹੀ ਆਪਣੇ ਹੱਕਾਂ ਦੀ ਖਾਤਰ ਵੱਧ ਰਹੇ ਨੇ, ਲਗਾਤਾਰ ਹੀ ਅੱਗੇ ਵਧਦੇ ਜਾਣਗੇ। ਤੁਸੀਂ ਵੇਖ ਸਕਦੇ ਹੋ ਮੇਰੇ ਪਿੱਛੇ ਕਿਸ ਤਰੀਕੇ ਦੇ ਨਾਲ ਲਗਾਤਾਰ ਹੀ ਜਿਹੜਾ ਪ੍ਰਦਰਸ਼ਨ ਹੋ ਰਿਹਾ। ਆ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਨੌਜਵਾਨ, ਬਜ਼ੁਰਗ, ਮਾਵਾਂ, ਭੈਣਾਂ, ਹਰ ਕੋਈ ਇਸ ਪ੍ਰਦਰਸ਼ਨ ਦਾ ਹਿੱਸਾ ਬਣੀਆਂ ਹੋਈਆਂ ਨੇ। ਸੋ ਲਗਾਤਾਰ ਜਿਹੜਾ ਇਹ ਪ੍ਰਦਰਸ਼ਨ ਹੈ ਚੱਲਦਾ ਹੀ ਜਾ ਰਿਹਾ, ਲਗਾਤਾਰ ਇਹ ਵਧਦਾ ਜਾ ਰਿਹਾ। ਇਹ ਕਾਫਲਾ ਕਿਤੇ ਨਾ ਕਿਤੇ ਮੋੜ ਤੇ ਜਾ ਕੇ ਹੀ ਰੁਕੇਗਾ। ਤੁਸੀਂ ਵੇਖ ਸਕਦੇ ਹੋ। ਆਓ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜੀ ਟਰੈਕਟਰ ਪਰੇਡ ਕਰ ਰਹੇ ਹੋ, ਇਸ ਦੇ ਰਾਹੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਹਾਂਜੀ, ਇਹ ਮੈਸੇਜ ਦੇਣਾ ਚਾਹੁੰਦੇ ਆ ਜੀ ਸਰਕਾਰ ਨੂੰ ਵੀ ਸਾਨੂੰ ਬਹੁਤ ਦਿਨ ਹੋ ਗਏ ਜੀ ਬੈਠਿਆਂ ਨੂੰ, 42-43 ਦਿਨ ਹੋ ਗਏ ਵੀ ਸਰਕਾਰ ਨੂੰ ਇਹ ਗੱਲ ਸਾਡੀ ਸਮਝ ਲੈਣੀ ਚਾਹੀਦੀ ਹੈ ਵੀ ਅਸੀਂ ਪਿੱਛੇ ਤਾਂ ਮੁੜਨ ਵਾਲੇ ਹੈ ਨਹੀਂ, ਨਾ ਅਸੀਂ ਪਿੱਛੇ ਮੁੜਨਾ। ਅਸੀਂ ਆਪਣੇ ਹੱਕ ਲੈ ਕੇ ਜਾਵਾਂਗੇ। ਜਿਹੜੇ ਤਿੰਨੇ ਕਾਨੂੰਨ ਹੈ, ਇਹ ਕਾਲੇ ਕਾਨੂੰਨ ਹੈ ਜਿਹੜੇ ਬਿੱਲ ਲਿਆਂਦੇ ਰੱਦ ਹੋਣੇ ਚਾਹੀਦੇ ਆ, ਇਹ ਸਾਡੀ ਮੰਗ ਹੈ। ਇਨ ਬਿੱਲਾਂ ਦੀ ਜੇ ਸਾਨੂੰ ਲੋੜ ਨਹੀਂ, ਸਾਡੀ ਕਿਸੇ ਜਥੇਬੰਦੀ ਨੂੰ ਵਿੱਚ ਨਹੀਂ ਬਿਠਾ ਲਿਆ, ਸਾਡੀ ਕੋਈ ਰਾਏ ਨਹੀਂ ਲਈ, ਸਾਡੀ ਕੋਈ ਸਲਾਹ ਨਹੀਂ ਲਈ, ਜਦ ਇਨ ਬਿੱਲਾਂ ਦੀ ਸਾਨੂੰ ਲੋੜ ਨਹੀਂ ਹੈ, ਸਰਕਾਰ ਕਿਉਂ ਧੱਕੇ ਦੇ ਦਿੰਦੀ? ਜਦ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਉਹ ਦੇਣੀ ਨਹੀਂ ਚਾਹੀਦੀ। ਸਰਕਾਰ ਨੂੰ ਸਮਝਣਾ ਚਾਹੀਦਾ, ਉਮਰ ਸਾਹਿਬ ਨੂੰ ਵੀ ਸਮਝਣਾ ਚਾਹੀਦਾ, ਮੋਦੀ ਸਾਹਿਬ ਨੂੰ ਵੀ ਸਮਝਣਾ ਚਾਹੀਦਾ। ਅਜੇ ਦਾ ਅਸੀਂ ਆਪਣਾ ਧਰਨਾ ਲਾ ਰਹੇ ਹਾਂ, ਸ਼ਾਂਤਮਈ ਢੰਗ ਕਰ ਰਹੇ ਹਾਂ, ਵੀ ਇਹਨਾਂ ਨੂੰ ਸੋਚ ਲੈਣਾ ਚਾਹੀਦਾ ਦੇਸ਼ ਬਾਰੇ ਵੀ ਤਾਂ ਕਿਸਾਨੀ ਬਾਰੇ ਵੀ
ਇਹ ਹੁਣ ਕੱਲੀ ਕਿਸਾਨੀ ਦਾ ਸੰਘਰਸ਼ ਨਹੀਂ ਰਿਹਾ, ਹਰ ਵਰਗ ਦਾ ਹੋ ਗਿਆ। ਹਰ ਵਰਗ ਇਹ ਸੋਚਦਾ ਵੀ ਕੱਲ ਨੂੰ ਜੇ ਕੋਆਪਰੇਟ ਘਰਾਣੇ ਇਹ ਚੀਜ਼ਾਂ ਆਪਣੀਆਂ ਸਟੋਰ ਕਰ ਲੈਣਗੇ, ਇਕੱਠੀਆਂ ਕਰ ਲੈਣਗੇ, ਤਾਂ ਜ਼ਿਮੀਂਦਾਰ ਤੋਂ ਸਸਤੀ ਖਰੀਦਣਗੇ। ਜਿਹੜੇ ਵਿਚਾਰੇ ਖਰੀਦਣ ਖਾਣ ਵਾਲੇ ਹੋਣਗੇ ਉਹਨਾਂ ਨੂੰ ਮਹਿੰਗੀਆਂ ਦੇਣਗੇ। ਮਹਿੰਗੀਆਂ ਦੇਣੇ ਕਰਕੇ ਫਿਰ ਗਰੀਬੀ ਫੈਲੂਗੀ, ਦੇਸ਼ ਦਾ ਮਤਲਬ ਹਰ ਇੱਕ ਢਾਂਚਾ ਹੱਲੂਗਾ। ਉਹਦੇ ਨਾਲ ਫਿਰ ਕੋਈ ਮਤਲਬ ਬੰਦੇ ਸੈੱਟ ਨਹੀਂ ਦੇਸ਼ ਚੱਲ ਸਕਦਾ। ਇਹ ਹੁਣ ਦੇਖੋ ਇਹ ਜਿਹੜੇ ਕਾਨੂੰਨ ਹੈ ਇਹ ਮਤਲਬ ਇਹਨਾਂ ਦੀ ਕਿਸੇ ਲੋੜ ਕੋਈ ਨਹੀਂ ਹੈਗੀ, ਇਹ ਰੱਦੇ ਹੋਣੇ ਚਾਹੀਦੇ ਜਿੰਨੀ ਗੱਲਬਾਤ। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਕਾਨੂੰਨ ਹੈ ਇਹ ਤਿੰਨੋਂ ਹੀ ਰੱਦ ਹੋਣੇ ਚਾਹੀਦੇ ਆ। ਸੋ ਭਰੋਸੇਮੰਦ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸਾਨੂੰ ਪਤਾ ਲੱਗਿਆ ਕਿ ਕੱਲ ਸਰਕਾਰ ਦੇ ਨਾਲ ਮੀਟਿੰਗ ਹੈ। ਸਰਕਾਰ ਕੀ ਫੈਸਲਾ ਲੈਂਦੀ ਹੈ ਇਹ ਤੇ ਆਉਣ ਵਾਲਾ ਟਾਈਮ ਹੀ ਦੱਸੇਗਾ। ਸੋ ਜਿਹੜਾ ਕਿਸਾਨਾਂ ਦਾ ਕਾਫਲਾ ਇਹ ਵੱਧਦਾ ਹੀ ਜਾ ਰਿਹਾ, ਜਦ ਤੱਕ ਇਸ ਨੂੰ ਮੰਜ਼ਰ ਹਾਸਲ ਨਹੀਂ ਹੁੰਦਾ ਦਿੱਲੀ ਦਾ ਘਿਰਾਵ ਲਗਾਤਾਰ ਹੀ ਕੀਤਾ ਜਾਏਗਾ। ਕਿਸਾਨਾਂ ਦੇ ਅੰਦਰ ਇੱਕੋ ਇੱਕ ਜੋਸ਼ ਹੈ, ਕਾਲੇ ਕਾਨੂੰਨ ਰੱਦ ਕੀਤੇ ਜਾਣ। ਸੋ ਅੱਗੇ ਮੈਂ ਤੁਹਾਨੂੰ ਹੋਰ ਲਾਈਵ ਅਪਡੇਟਸ ਦਿੰਦੀ ਰਹਾਂਗੀ, ਤੁਸੀਂ ਮੇਰੇ ਨਾਲ ਜੁੜੇ ਰਹੋ। ਮੈਂ ਹਾਂ ਜਸ਼ਨ, ਹਲਚਲ ਟੀਵੀ ਕੈਨੇਡਾ। ਤੁਸੀਂ ਵੇਖ ਸਕਦੇ ਹੋ ਕਿ ਅਸੀਂ ਹਾਈਵੇ ਤੇ ਲਗਾਤਾਰ ਤੁਹਾਨੂੰ ਅਪਡੇਟਸ ਦੇ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਜਿਹੜਾ ਕਾਫਲਾ ਹੈ ਵੱਧਦਾ ਜਾ ਰਿਹਾ। ਕਿਸਾਨਾਂ ਦੇ ਅੰਦਰ ਜੋਸ਼ ਹੈ ਉਹ ਲਗਾਤਾਰ ਹੀ ਸਿਖਰਾਂ ਤੇ ਹੈ। ਕਿਸਾਨਾਂ ਦਾ ਇੱਕੋ ਇੱਕ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਜਿਹੜੀ ਹੈ ਤਿੰਨੋਂ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੰਦੀ ਉਹ ਘਰ ਵਾਪਸੀ ਨਹੀਂ ਪਰਤਣਗੇ। ਸੋ ਤੁਸੀਂ ਵੇਖ ਸਕਦੇ ਹੋ ਕਿ ਨੈਸ਼ਨਲ ਹਾਈਵੇ ਤੇ ਸਾਡੀਆਂ ਕੁਝ ਸਿੱਖ ਬੀਬੀਆਂ ਭੈਣਾਂ ਖੜੀਆਂ ਨੇ ਜਿਹੜੀਆਂ ਕਿ ਕਿਸਾਨ ਭਰਾਵਾਂ ਨੂੰ ਹੱਲਾਸ਼ੇਰੀ ਦੇ ਰਹੀਆਂ ਨੇ ਤਾਂ ਜੋ ਇਹ ਪ੍ਰਦਰਸ਼ਨ ਸ਼ਾਂਤਮਈ ਢੰਗ ਦੇ ਨਾਲ ਲਗਾਤਾਰ ਵਧਦਾ ਰਹੇ ਤੇ ਸੁੱਤੀ ਹੋਈ ਸਰਕਾਰ ਵੀ ਜਾਗ ਸਕੇ ਤਾਂ ਜੋ ਤਿੰਨੋਂ ਕਾਲੇ ਕਾਨੂੰਨ ਰੱਦ ਕੀਤੇ ਜਾਣ। ਆਓ ਅਸੀਂ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਲਚਲ ਟੀਵੀ ਕੈਨੇਡਾ ਵੱਲੋਂ ਜਸ਼ਨ ਆ। ਸੋ ਮੈਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੀ ਹਾਂ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇੱਥੇ ਕਿਸਾਨ ਭਰਾਵਾਂ ਨੂੰ ਹੱਲਾਸ਼ੇਰੀ ਦੇ ਰਹੇ ਹੋ ਤਾਂ ਜੋ ਉਹਨਾਂ ਦੇ ਅੰਦਰ ਜੋਸ਼ ਲਗਾਤਾਰ ਬਰਕਰਾਰ ਰਹੇ ਤੇ ਸੁੱਤੀ ਹੋਈ ਸਰਕਾਰ ਜਾਗ ਸਕੇ, ਤਿੰਨੋਂ ਕਾਨੂੰਨ ਰੱਦ ਹੋ ਸਕਣ। ਤੁਸੀਂ ਇਸ ਬਾਰੇ ਵਿੱਚ ਕੀ ਕਹਿਣਾ ਚਾਹੁੰਦੇ ਹੋ? ਇਸ ਹੁਣ ਤੱਕ ਤਾਂ ਮੋਦੀ ਨੂੰ ਇਹ ਸ਼ਰਮ ਆ ਜਾਣੀ ਚਾਹੀਦੀ ਆ ਕਿ ਜਿਨ੍ਹਾਂ ਮਤਲਬ ਕਿ ਬਜ਼ੁਰਗ ਨੂੰ ਇਸ ਟਾਈਮ ਤੇ ਘਰੇ ਬੈਠ ਕੇ ਠੰਡਾਂ ਦੇ ਦਿਨਾਂ 'ਚ ਮਤਲਬ ਕਿ ਗਰਮ ਰਜਾਈਆਂ ਦਾ ਨਿੱਘ ਉਹ ਮੰਨਣਾ ਚਾਹੀਦਾ ਸੀ, ਰੋਟੀ ਆਰਾਮ ਨਾਲ ਘਰੇ ਬੈਠ ਕੇ ਖਾਣੀ ਚਾਹੀਦੀ ਸੀ। ਅੱਜ ਇੱਥੇ ਸੜਕਾਂ ਤੇ ਘੁੰਮ ਰਹੇ ਆ। ਅੱਜ ਦੀ ਜਿਹੜੀ ਜਵਾਨ ਪੀੜ੍ਹੀ ਆ ਉਹ ਸੜਕਾਂ ਤੇ ਰੁਲ ਰਹੀ ਆ। ਕਿਹਦੀ ਵਜ੍ਹਾ ਤੋਂ ਰੁਲ ਰਹੀ ਆ? ਮੋਦੀ ਦੀ ਵਜ੍ਹਾ ਤੋਂ। ਸਿਰਫ ਮਤਲਬ ਹੁਣ ਤੱਕ ਤਾਂ ਕਿਸਾਨ ਮੋਦੀ ਨੂੰ ਮੰਨਣਾ ਚਾਹੀਦਾ ਆ। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਾਈਵੇ ਤੇ ਖੜੀਆਂ ਸਾਡੀਆਂ ਬੀਬੀਆਂ ਭੈਣਾਂ ਦਾ ਇੱਕੋ ਇੱਕ ਕਹਿਣਾ ਹੈ ਕਿ ਮੋਦੀ ਨੂੰ ਜਿਹੜੀ ਹੈ ਸ਼ਰਮ ਆਣੀ ਚਾਹੀਦੀ ਹੈ। ਹਾਂਜੀ, ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਹਾਂਜੀ, मोदी मुर्दाबाद, मोदी ਜੀ मुर्दाबाद। ਕੀ ਕਹਿਣਾ ਚਾਹੁੰਦੇ ਹੋ ਤੁਸੀਂ इसका? हम ये कहना चाहते हैं, क्या कहना चाहते हैं? बोलिए। हम ये कहना चाहते हैं कांग्रेस सरकार ने और मोदी सरकार ने हमारी नाम शाम जमीन मोल ले ली, पैसा नहीं दिया और बोले तो पुलिस ने लाठी दिखा दी। ये जमीन हमारी छोड़ देनी चाहिए, ये जमीन हमारी छोड़ देनी चाहिए। यहाँ पर यह हमारी जमीन एक्वायरमेंट क्यों करी गई है? हम किसान हैं, हम क्या खाएंगे? किसान अनाज नहीं देंगे तो कहाँ से आओगा? सरकार अनाज कहाँ से लाएगी? ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮਾਤਾਵਾਂ ਬੀਬੀਆਂ ਭੈਣਾਂ ਦਾ ਇੱਕੋ ਇੱਕ ਕਹਿਣਾ ਹੈ ਕਿ ਮੋਦੀ ਨੂੰ ਜਿਹੜੀ ਹੈ ਸ਼ਰਮ ਆ ਜਾਣੀ ਚਾਹੀਦੀ ਆ। ਹੁਣ ਤੱਕ ਜਿਹੜੇ ਬਜ਼ੁਰਗਾਂ ਦੀ ਉਮਰ ਘਰ ਵਿੱਚ ਆਰਾਮ ਕਰਨ ਦੀ ਆ ਕੜਾਕੇ ਦੀ ਠੰਡ ਵਿੱਚ, ਉਹ ਅੱਜ ਸੜਕਾਂ ਤੇ ਕਈ ਮਹੀਨਿਆਂ ਤੋਂ ਲਗਾਤਾਰ ਰੁਲ ਰਹੇ ਨੇ। ਲਗਾਤਾਰ ਹੀ ਇਹ ਪ੍ਰਦਰਸ਼ਨ ਚੱਲਦਾ ਜਾ ਰਿਹਾ ਤੇ ਅੱਗੇ ਵਧਦਾ ਜਾ ਰਿਹਾ। ਇਹ ਪ੍ਰਦਰਸ਼ਨ ਕਿਤੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ, ਚਾਹੇ ਸ਼ਾਂਤਮਈ ਢੰਗ ਦੇ ਨਾਲ ਚੱਲ ਰਿਹਾ ਪਰ ਫਿਰ ਵੀ ਮੌਤਾਂ ਦਾ ਜਿਹੜਾ ਸਿਲਸਿਲਾ ਵੀ ਇਸ ਪ੍ਰਦਰਸ਼ਨ ਦੇ ਵਿੱਚ ਲਗਾਤਾਰ ਹੀ ਬਰਕਰਾਰ ਹੈ। ਸੋ ਇਹਨਾਂ ਕਿਸਾਨਾਂ ਦਾ ਇੱਕੋ ਇੱਕ ਕਹਿਣਾ ਹੈ ਕਿ ਸਰਕਾਰ ਤਿੰਨੋਂ ਕਾਨੂੰਨ ਰੱਦ ਕਰੇ, ਰੱਦ ਕਰੇ, ਰੱਦ ਕਰੇ। ਇਸ ਤੋਂ ਇਲਾਵਾ ਸਰਕਾਰ ਦਾ ਚਾਹੀਦਾ ਹੈ ਕਿ ਸਰਕਾਰ ਨੂੰ ਵੀ ਅੰਬਾਨੀ ਅਡਾਨੀ ਤੋਂ ਇਲਾਵਾ ਬਾਕੀ ਵੀ ਪੰਜਾਬ, ਹਰਿਆਣਾ, ਹਿਮਾਚਲ 'ਚ ਬੈਠੇ ਕਿਸਾਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ। ਉਹਨਾਂ ਨੂੰ ਵੀ ਮੱਦੇ ਨਜ਼ਰ ਰੱਖਦੇ ਹੋਏ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਸੋ ਤੁਸੀਂ ਮੇਰੇ ਨਾਲ ਜੁੜੇ ਰਹੋ, ਅੱਗੇ ਵੀ ਮੈਂ ਤੁਹਾਨੂੰ ਦਿਖਾਉਂਦੀ ਰਹਾਂਗੀ ਕਿਸ ਤਰੀਕੇ ਦੇ ਨਾਲ ਜਿਹੜੀਆਂ ਤੁਸੀਂ ਵੇਖ ਸਕਦੇ ਹੋ ਹਾਈਵੇ ਤੇ ਖੜੀਆਂ ਸਾਡੀਆਂ ਮਾਤਾਵਾਂ ਭੈਣਾਂ ਇਹ ਵੀ ਮੋਦੀ ਨੂੰ ਲਾਹਣਤਾਂ ਪਾ ਰਹੀਆਂ ਨੇ ਕਿ ਮੋਦੀ ਸਰਕਾਰ ਨੂੰ ਹੁਣ ਤੱਕ ਸ਼ਰਮ ਆ ਜਾਣੀ ਚਾਹੀਦੀ ਹੈ। ਸੋ ਤੁਸੀਂ ਮੇਰੇ ਨਾਲ ਜੁੜੇ ਰਹੋ, ਅੱਗੇ ਮੈਂ ਤੁਹਾਨੂੰ ਹੋਰ ਲਾਈਵ ਅਪਡੇਟਸ ਦਿੰਦੀ ਰਹਾਂਗੀ। ਮੈਂ ਹਾਂ ਜਸ਼ਨ, ਹਲਚਲ ਟੀਵੀ ਕੈਨੇਡਾ। ਤੁਸੀਂ ਵੇਖ ਸਕਦੇ ਹੋ ਕਿ ਅਸੀਂ ਹਾਈਵੇ ਤੇ ਲਗਾਤਾਰ ਅੱਗੇ ਵਧਦੇ ਜਾ ਰਹੇ ਹਾਂ। ਕਾਫਲੇ ਦੇ ਨਾਲ ਨਾਲ ਜਿਹੜੀ ਸਾਡੀ ਟੀਮ ਹੈ ਉਹ ਵੀ ਅੱਗੇ ਵਧਦੀ ਜਾ ਰਹੀ ਹੈ। ਸੋ ਅਸੀਂ ਤੁਹਾਨੂੰ ਲਗਾਤਾਰ ਅਪਡੇਟਸ ਦੇ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਟਰੈਕਟਰ ਪਰੇਡ ਹੈ ਉਹ ਲਗਾਤਾਰ ਹੀ ਅੱਗੇ ਵੱਲ ਨੂੰ ਕੂਚ ਕਰ ਰਹੀ ਹੈ। ਸੋ ਕਿਸਾਨ ਜਿਹੜੇ ਆ ਲਗਾਤਾਰ ਕੂਚ ਕਰਦੇ ਜਾ ਰਹੇ ਨੇ। ਕਾਫਲਾ ਟਰੈਕਟਰਾਂ ਦਾ ਵਧਦਾ ਜਾ ਰਿਹਾ। ਮੇਰੇ ਹਿਸਾਬ ਨਾਲ 50,000 ਤੋਂ ਵੱਧ ਜਿਹੜੇ ਟਰੈਕਟਰ ਹੈ ਉਹ ਇਸ ਕਾਫਲੇ ਦੇ ਵਿੱਚ ਸ਼ਾਮਿਲ ਨੇ। ਕਿਸਾਨ ਚਾਹੁੰਦੇ ਨੇ ਕਿ ਉਹ ਟਰੈਕਟਰ ਪਰੇਡ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਸਰਕਾਰ ਨੂੰ ਦੱਸ ਰਹੇ ਨੇ
ਤਾਂ ਜੋ ਸੁੱਤੀ ਹੋਈ ਸਰਕਾਰ ਜਾਗ ਸਕੇ। ਇਹਨਾਂ ਟਰੈਕਟਰ ਪਰੇਡ ਰਾਹੀਂ ਪੂਰੀ ਦਿੱਲੀ ਦਾ ਘਿਰਾਵ ਕੀਤਾ ਜਾ ਰਿਹਾ। ਦਿੱਲੀ ਦਾ ਘਿਰਾਵ ਕਰਕੇ ਸ਼ਾਇਦ ਜਿਹੜੀ ਸਰਕਾਰ ਅੱਜ ਕੁਝ ਉਹਦੇ ਵਿੱਚ ਹਿਲਜੁਲ ਹੋਵੇ। ਇਹ ਤਾਂ ਇੱਕ ਟ੍ਰੇਲਰ ਹੈ। ਆਉਣ ਵਾਲੀ 26 ਜਨਵਰੀ ਤੋਂ ਕਿਸਾਨਾਂ ਦਾ ਝੰਡਾ ਜਿਹੜਾ ਹੈ ਦਿੱਲੀ ਦੇ ਵਿੱਚ ਲਹਿਰਾਇਆ ਜਾਏਗਾ। ਦਿੱਲੀ ਦੀ ਹਿੱਕ ਤੇ ਕਿਸਾਨੀ ਝੰਡਾ ਲਹਿਰਾ ਕੇ ਸਰਕਾਰ ਨੂੰ ਜਿਹੜਾ ਹੈ ਕਿਸਾਨਾਂ ਦੇ ਕਾਨੂੰਨਾਂ ਨੂੰ ਰੱਦ ਕਰਵਾਉਣਗੇ ਪ੍ਰਦਰਸ਼ਨਕਾਰੀ। ਆਓ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਹਲਚਲ ਟੀਵੀ ਕੈਨੇਡਾ ਵੱਲੋਂ ਜਸ਼ਨ ਹਾਂ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਟਰੈਕਟਰ ਪਰੇਡ ਬਾਰੇ? ਅਸੀਂ ਜੀ ਇਹੀ ਕਰਦੇ ਰਹਾਂਗੇ ਜੇ ਮੋਦੀ ਨਾ ਮੰਨਿਆ। ਅਸੀਂ 26 27 ਨੂੰ ਫੇਰ ਉੱਥੇ ਘੇਰਾਂਗੇ ਸਾਰਾ ਕੁਝ। ਜੇ ਮੰਨ ਗਿਆ ਤਾਂ ਠੀਕ ਹੈ, ਅਸੀਂ ਤਾਂ ਸਾਲ 2 ਸਾਲ ਇੱਥੇ ਬੈਠੇ ਰਹਾਂਗੇ। ਅਸੀਂ ਨਹੀਂ ਹੱਲਣਾ ਇੱਥੋਂ। ਇਹ ਘਿਰਾਵ ਲਗਾਤਾਰ ਐਵੇਂ ਹੀ ਚੱਲਦਾ ਰਹੇਗਾ? ਹਾਂਜੀ, ਇਹੀ ਚੱਲੀ ਜਾਊਗਾ। ਇਹ ਅਸੀਂ ਹਟਣਾ ਨਹੀਂ, ਪਿੱਛੇ ਨਹੀਂ ਅਸੀਂ ਹਟਣਾ ਇੱਕ ਪਲ ਵੀ। ਹਾਂਜੀ, ਸੋ ਇਹ ਅੱਜ ਦੇ ਦਿਨ ਵਿੱਚ ਤੁਸੀਂ ਕਿੰਨੀ ਦੇਰ ਤੱਕ ਲਗਾਤਾਰ ਦਿੱਲੀ ਦਾ ਘਿਰਾਵ ਕਰਦੇ? ਪੂਰਾ ਦਿਨ ਘਿਰਾਵ ਕਰਕੇ ਰੱਖੋਗੇ? ਸਾਰਾ ਦਿਨ ਅਸੀਂ ਘਿਰਾਓ ਕਰਕੇ ਰੱਖਣੇ ਦਿੱਲੀ ਦਾ। ਸਾਰਾ ਦਿਨ ਉਰੀ ਰਹਾਂਗੇ। ਸ਼ਾਮ ਨੂੰ ਅਸੀਂ ਮੁੜਾਂਗੇ। ਫਿਰ ਰਣਨੀਤੀ ਬਣਾਵਾਂਗੇ ਦੁਬਾਰੇ। ਜਿਵੇਂ ਬਣੂਗਾ ਸਾਡੇ ਉਹ ਕਹਿਣਗੇ ਮੂਰਲੇ, ਉਵੇਂ ਜਿਹਾ ਚੱਲਾਂਗੇ ਜੀ ਅਸੀਂ। ਜੀ, ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੁਸੀਂ ਅੱਜ ਟਰੈਕਟਰਾਂ ਦਾ ਘਿਰਾਵ ਕੀਤਾ, ਇਹ ਇੱਕ ਟ੍ਰੇਲਰ ਦਿਖਾਇਆ, ਸ਼ਕਤੀ ਪ੍ਰਦਰਸ਼ਨ ਹੈ ਤੁਹਾਡਾ ਸਰਕਾਰ ਨੂੰ ਦਿਖਾਉਣ ਦੇ ਲਈ। ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਏਗਾ? ਆਉਣ ਵੇਲੇ ਦੇ ਟਾਈਮ 'ਚ ਜਿਵੇਂ ਸਾਡੇ ਮੂਰਲੇ ਪ੍ਰਧਾਨ ਕਹਿਣਗੇ, ਅਸੀਂ ਉਦੋਂ ਪਿੱਛੇ ਹਟਣਾ ਨਹੀਂ, ਉਹਨਾਂ ਦੇ ਅੱਗੇ ਚੱਲਣਾ ਸੀ ਨੇ। ਜਿਵੇਂ ਉਹ ਸਾਨੂੰ ਕਹਿਣਗੇ ਉਵੇਂ ਜਿਵੇਂ ਚੱਲਣਾ ਸੀ। 26 ਜਨਵਰੀ ਨੂੰ ਕੀ ਪਲਾਨ ਹੈ? 26 ਜਨਵਰੀ ਨੂੰ ਸਾਡੀ ਪਲਾਨ ਹੈ ਵੀ ਸਾਡੀ ਸਾਰੀ ਦਿੱਲੀ 'ਚ ਝੰਡਾ ਨਹੀਂ ਝਾੜ ਦੇਣਾ। ਅਸੀਂ ਝੰਡਾ ਕਿਸਾਨਾਂ ਨੇ ਝਾੜਨਾ ਆਪਦਾ। ਤੱਕ ਤਾਂ ਜਾਣਾ ਨਹੀਂ, ਉਦੋਂ ਪਹਿਲਾਂ ਅਸੀਂ ਜ਼ਿੰਦਗੀਆਂ ਦੇ ਦਾਂਗੇ। ਨਹੀਂ ਨਹੀਂ, ਜਾਨਾਂ ਕਿਉਂ ਦੇਣੀਆਂ? ਹੱਕ ਜਿਹੜੇ ਆ ਜ਼ਰੂਰ ਮਿਲਣਗੇ। ਅਸੀਂ ਵੀ ਤੁਹਾਡੇ ਨਾਲ ਹੈ। ਹਲਚਲ ਟੀਵੀ ਸਾਡਾ ਕੈਨੇਡਾ ਦਾ ਚੈਨਲ ਹੈ। ਅਸੀਂ ਸਿੱਧੀ ਜਿਹੜੀ ਗੱਲਬਾਤ ਹੈ ਬਿਨਾਂ ਕਿਸੇ ਕੱਟ ਤੋਂ ਅਸੀਂ ਸਰਕਾਰ ਤੱਕ ਪਹੁੰਚਾਉਂਦੇ ਹਾਂ, ਸਰਕਾਰ ਨੂੰ ਦਿਖਾਉਂਦੇ ਹਾਂ। ਪੂਰੇ ਮੁਲਕ ਦੇ ਵਿੱਚ ਜਿਹੜੀ ਹੈਗੀ ਹੈ ਤੁਹਾਡੀ ਗੱਲਬਾਤ ਇਹ ਪੁੱਜੇਗੀ। ਹਰ ਕੋਈ ਜਿਹੜੇ ਆਪਣੇ ਘਰਾਂ ਵਿੱਚ ਵੀ ਬੈਠੇ ਨੇ, ਨੌਜਵਾਨ ਬਜ਼ੁਰਗ ਹੈ, ਉਹ ਵੀ ਤੁਹਾਡੀ ਗੱਲਬਾਤ ਸੁਣ ਕੇ ਜਿਹੜਾ ਇਸ ਪ੍ਰਦਰਸ਼ਨ ਦਾ ਹਿੱਸਾ ਬਣਨਗੇ। ਸਰਕਾਰ ਤੱਕ ਵੀ ਸੁਨੇਹਾ ਅਸੀਂ ਆਪਣੇ ਚੈਨਲ ਦੇ ਥਰੂ ਦਵਾਂਗੇ ਕਿ ਜਿਹੜਾ ਇਹ ਮੌਤਾਂ ਦਾ ਸਿਲਸਿਲਾ ਹੈ ਇਹ ਰੋਕਿਆ ਜਾਵੇ ਤੇ ਅੱਗੇ ਜਿਹੜਾ ਹੈ ਸਰਕਾਰ ਹੈ ਇਹ ਕਾਲੇ ਕਾਨੂੰਨ ਰੱਦ ਕਰਨਾ। ਹਾਂਜੀ, ਆਓ ਅਸੀਂ ਗੱਲਬਾਤ ਕਰਦੇ ਇਹਨਾਂ ਦੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। हाँ जी, हम सरकार से अपना है ना समर्थन पूरा लेंगे। जो है काम अपने अकेले लड़ रहे सरकार से। सरकार नहीं चाह रही, कंपनियों को सरकार पूरा मुनाफा दे रही है। 5 किलो यूरिया खाद मोदी साहब ने निकाल दिया जमींदार का। जमींदार को कोई हक नहीं देना चाहती सरकार। इसलिए सरकार आंदोलन किसान आंदोलन पूरा जम के चलेगा, लेकिन सरकार से उल्टा नहीं हटेगा। 26 जनवरी को क्या प्लान है आपका? क्या जी? 26 जनवरी को 26 जनवरी को पूरा किसान पूरा समर्थन देगा। लाल किले के आगे झंडा किसान आंदोलन का फहरेगा। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਅੰਦਰ ਜੋਸ਼ ਹੈ। ਇਹਨਾਂ ਨੇ ਕਿਹਾ ਕਿ ਜਿਹੜਾ 26 ਜਨਵਰੀ ਨੂੰ ਦਿੱਲੀ ਦੀ ਹਿੱਕ ਤੇ ਜਿਹੜਾ ਝੰਡਾ ਲਹਿਰਾਇਆ ਜਾਏਗਾ, ਉਹ ਕਿਸਾਨੀ ਅੰਦੋਲਨ ਦਾ ਹੀ ਲਹਿਰਾਇਆ ਜਾਏਗਾ। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਜਿਹੜੇ ਹੈ ਕਾਫਲਾ ਵਧਦਾ ਜਾ ਰਿਹਾ। ਸੋ ਜਿਹੜੇ ਨੌਜਵਾਨ ਬਜ਼ੁਰਗ ਹਰ ਕੋਈ ਟਰੈਕਟਰਾਂ ਦੇ ਉੱਤੇ ਝੰਡੇ ਲਗਾ ਕੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਕੇ ਲਗਾਤਾਰ ਜਿਹੜਾ ਇਹ ਪ੍ਰਦਰਸ਼ਨ ਹੈ ਅੱਗੇ ਵੱਲ ਨੂੰ ਕੂਚ ਕਰਦਾ ਜਾ ਰਿਹਾ। ਅੱਜ ਦਾ ਇੱਕ ਟ੍ਰੇਲਰ ਹੈ, ਆਉਣ ਵਾਲੇ ਟਾਈਮ ਦੇ ਇੱਕ ਵੱਡੀ ਫਿਲਮ ਹੋਏਗੀ। 26 ਜਨਵਰੀ ਨੂੰ ਕਿਸਾਨੀ ਝੰਡਾ ਲਹਿਰਾਇਆ ਜਾਵੇਗਾ ਲਾਲ ਕਿਲੇ ਦੇ ਉੱਤੇ। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਹੈ ਜਿਹੜੇ ਇਹਨਾਂ ਦਾ ਜੋਸ਼ ਬਿਲਕੁਲ ਬਰਕਰਾਰ ਹੈ। ਲਗਾਤਾਰ ਇਹ ਅੱਗੇ ਵਧਦੇ ਜਾ ਰਹੇ ਨੇ। ਕਿਸਾਨਾਂ ਦਾ ਜੋਸ਼ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਚੱਲਦੇ ਜਾ ਰਹੇ ਨੇ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਟਰੈਕਟਰ ਪਰੇਡ ਅੱਜ ਕੀ? हाँ जी, ये रोड शो टिकरी बॉर्डर तक रोड शो है किसानों का। हाँ जी, टिकरी बॉर्डर के बाद कितने जाओगे ਤੁਸੀਂ? टिकरी बॉर्डर ही जाएंगे हम। टिकरी बॉर्डर आज दिल्ली का घिराव करके हटोगे? हाँ जी, हाँ जी, बिल्कुल बिल्कुल। हर रोज करोगे या आज ही कितना? आज का है, कल मीटिंग है, उसके बारे में फिर क्या होता है उसके बाद पता चलेगा। ਤੁਸੀਂ ਵੇਖ ਸਕਦੇ ਕਿ ਕਿਸ ਤਰੀਕੇ ਨਾਲ ਇਹਨਾਂ ਦਾ ਕਹਿਣਾ ਹੈ ਕਿ ਟਿਕਰੀ ਬਾਰਡਰ ਤੇ ਜਾ ਰਹੇ ਨੇ। ਇਹ ਘਿਰਾਵ ਅੱਜ ਦਾ ਹੈ ਤੇ ਅੱਜ ਤੋਂ ਬਾਅਦ ਜੋ ਇਹਦੇ ਆਗੂ ਕਹਿਣਗੇ ਉਸ ਤਰੀਕੇ ਦੇ ਨਾਲ ਲਗਾਤਾਰ ਜਿਹੜਾ ਅੱਗੇ ਦਾ ਪਲਾਨ ਕੀਤਾ ਜਾਏਗਾ। ਆਉਣ ਵਾਲੀ 26 ਜਨਵਰੀ ਦਿੱਲੀ ਦੀ ਹਿੱਕ ਤੇ ਕਿਸਾਨੀ ਝੰਡਾ ਲਹਿਰਾਇਆ ਜਾਏਗਾ। ਤੁਸੀਂ ਮੇਰੇ ਨਾਲ ਜੁੜੇ ਰਹੋ, ਮੈਂ ਤੁਹਾਨੂੰ ਲਾਈਵ ਅਪਡੇਟਸ ਅੱਗੇ ਦਿੰਦੀ ਰਵਾਂਗੀ। ਮੈਂ ਹਾਂ ਜਸ਼ਨ, ਹਲਚਲ ਟੀਵੀ ਕੈਨੇਡਾ। ਹਾਈਵੇ ਤੇ ਲਗਾਤਾਰ ਅੱਗੇ ਵਧਦੇ ਜਾ ਰਹੇ ਹਾਂ। ਕਿਸਾਨਾਂ ਦਾ ਜਿਹੜਾ ਕਾਫਲੇ ਦੇ ਨਾਲ ਅਸੀਂ ਵਧਦੇ ਜਾ ਰਹੇ ਹਾਂ ਕਿ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਅੜੇ ਸੋ ਚੜੇ ਸਾਡੇ ਨੌਜਵਾਨ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਉਹ ਵਧਦੇ ਜਾ ਰਹੇ ਨੇ। ਉਹਨਾਂ ਦੀ ਸਿਰਫ ਇੱਕੋ ਇੱਕ ਡਿਮਾਂਡ ਹੈ ਕਿ ਸਰਕਾਰ ਜਿਹੜੀ ਹੈ ਕਾਲੇ ਕਾਨੂੰਨ ਨੂੰ ਰੱਦ ਕਰੇ। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਹੈ ਟਰੈਕਟਰਾਂ ਟਰਾਲੀਆਂ ਦੇ ਉੱਤੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹ
ਟਰੈਕਟਰ ਪਰੇਡ ਜਿਹੜੀ ਤੁਸੀਂ ਅੱਜ ਕੱਢ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰਕਾਰ ਨੂੰ? ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਵੀ ਜਾਂ ਤਾਂ ਸਾਡੇ ਰੱਦ ਕਰ ਦੇਵੇ ਜਿਹੜੇ ਕਾਨੂੰਨ ਬਣਾਏ ਆ, ਨਹੀਂ ਤਾਂ ਇਹ ਉਹਦੀ ਰਹਿਸਲਾ 26 ਤਰੀਕ ਨੂੰ ਕਰਾਂਗੇ ਅਸਲੀ ਪਰੇਡ, ਕਿਸਾਨ ਪਰੇਡ ਜੀ। ਝੰਡਾ ਕਿਹੜਾ ਲਹਿਰਾਇਆ ਜਾਏਗਾ? ਹਾਂਜੀ, ਝੰਡਾ ਕਿਹੜਾ ਲਹਿਰਾਇਆ ਜਾਏਗਾ? ਝੰਡਾ ਤਿਰੰਗਾ ਵੀ ਤਾਂ ਬਾਕੀ ਨਾਲ ਆਪਣੇ ਕਿਸਾਨ ਯੂਨੀਅਨ ਦੇ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਆਪਣੇ ਝੰਡੇ ਦਾ ਵੀ ਮਾਣ ਰੱਖਦੇ ਹੋਏ ਕਿਸਾਨਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਦਾ ਝੰਡਾ ਵੀ ਲਗਾਤਾਰ ਲਹਿਰਾਇਆ ਜਾਏਗਾ 26 ਜਨਵਰੀ ਨੂੰ। ਤੁਸੀਂ ਇਹ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਨੌਜਵਾਨ, ਬੱਚੇ, ਬਜ਼ੁਰਗ ਹਰ ਕੋਈ ਇਸ ਦੇ ਵਿੱਚ ਸ਼ਾਮਿਲ ਹੈ। ਆ ਤੁਸੀਂ ਵੇਖ ਸਕਦੇ ਮੇਰੇ ਪਿੱਛੇ ਜਿਹੜਾ ਟਰੈਕਟਰ ਦੇ ਉੱਤੇ ਹਲ ਤੇ ਨਾਲ ਉਹ ਰੱਖੇ ਹੋਏ ਨੇ, ਗੰਨੇ ਬੀਜੇ ਹੋਏ ਨੇ। ਸੋ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲਗਾਤਾਰ ਜਿਹੜਾ ਕਿਸਾਨ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਹਰ ਇੱਕ ਪੂਰੇ ਵਰਲਡ ਤੋਂ ਉੱਠ ਕੇ ਜਿਹੜਾ ਕਿਸਾਨ ਉੱਠ ਕੇ ਇੱਥੇ ਆਇਆ ਹੋਇਆ ਹੈ। ਸੋ ਵੱਖੋ ਵੱਖਰੇ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਲਗਾਤਾਰ ਕਿਸਾਨ ਹੈ। ਤੁਸੀਂ ਬਜ਼ੁਰਗਾਂ ਨੂੰ ਦੇਖ ਸਕਦੇ ਹੋ, ਖਾਸ ਤੌਰ ਤੇ ਬਜ਼ੁਰਗਾਂ ਦੇ ਅੰਦਰ ਕਿੰਨਾ ਜੋਸ਼ ਹੈ। ਬਜ਼ੁਰਗ ਜਿਹੜੇ ਹੈ ਲਗਾਤਾਰ ਹੀ ਇਸ ਅੰਦੋਲਨ ਦੀ ਸ਼ੁਰੂਆਤ ਵੀ ਉਹਨਾਂ ਨੇ ਕੀਤੀ ਸੀ, ਲਗਾਤਾਰ ਇਸ ਅੰਦੋਲਨ ਦਾ ਹਿੱਸਾ ਬਣਦੇ ਆ ਰਹੇ ਨੇ। ਨੌਜਵਾਨਾਂ ਨੂੰ ਹਿੰਮਤ, ਹੌਸਲਾ, ਹੱਲਾਸ਼ੇਰੀ ਦੇ ਰਹੇ ਨੇ, ਲਗਾਤਾਰ ਹੱਲਾਸ਼ੇਰੀ ਦੇ ਕੇ ਉਹ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਜਿਹੜੇ ਬਜ਼ੁਰਗਾਂ ਦਾ ਇਸ ਵਕਤ ਘਰ ਦੇ ਵਿੱਚ ਆਰਾਮ ਕਰਨ ਦਾ ਟਾਈਮ ਸੀ, ਉਹ ਸੜਕਾਂ ਤੇ ਉਤਰੇ ਹੋਏ ਨੇ ਆਪਣੇ ਹੱਕਾਂ ਦੀ ਲੜਾਈ ਦੇ ਲਈ। ਇਹ ਜਿਹੜਾ ਲਹਿਰ ਹੈ ਇਹ ਅੱਗੇ ਵਧਦੀ ਜਾ ਰਹੀ ਹੈ। ਸੋ ਤੁਸੀਂ ਵੇਖ ਸਕਦੇ ਹੋ ਕਿ ਅੱਜ ਟਰੈਕਟਰ ਪਰੇਡ ਕਰਕੇ ਇਹਨਾਂ ਨੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਸਾਨਾਂ ਦਾ ਇਹੋ ਕਹਿਣਾ ਹੈ ਕਿ ਇਹ ਜਿਹੜਾ ਟਰੈਕਟਰ ਪਰੇਡ ਹੈ ਇਹ ਅੱਜ ਇੱਕ ਸਿਰਫ ਟ੍ਰੇਲਰ ਹੈ। ਅੱਗੇ ਉਹ 26 ਜਨਵਰੀ ਨੂੰ ਤਿਰੰਗੇ ਝੰਡੇ ਦੇ ਨਾਲ ਕਿਸਾਨੀ ਅੰਦੋਲਨ ਦਾ ਝੰਡਾ ਵੀ ਲਾਲ ਕਿਲੇ ਦੇ ਉੱਤੇ ਲਹਿਰਾਉਣਗੇ। ਸੋ ਦਿੱਲੀ ਦੀ ਹਿੱਕ ਦੇ ਉੱਤੇ ਬੈਠੇ ਕਿਸਾਨਾਂ ਨੇ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੋਈ ਹੈ। ਲਗਾਤਾਰ ਉਹਨਾਂ ਦਾ ਜਨੂਨ, ਜਜ਼ਬਾ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਕਿਸਾਨ ਹੈ ਜਿਹੜੇ ਆ ਉਹ ਅੱਗੇ ਵਧਦੇ ਜਾ ਰਹੇ ਨੇ। ਆ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਜਿਹੜੇ ਆ ਨੌਜਵਾਨ ਨਾਅਰੇਬਾਜ਼ੀ ਕਰਦੇ ਹੋਏ ਅੱਗੇ ਵਧ ਰਹੇ ਨੇ। ਇਹ ਜਿਹੜਾ ਕਾਫਲਾ ਹੈ ਪੂਰੀ ਦਿੱਲੀ ਦਾ ਅੱਜ ਘਿਰਾਵ ਕਰ ਰਿਹਾ। ਤੁਸੀਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਆਓ ਅਸੀਂ ਗੱਲਬਾਤ ਕਰਦੇ ਹਾਂ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਟਰੈਕਟਰ ਪਰੇਡ ਦਾ ਕੀ ਅੱਜ ਕੀ ਮਤਲਬ ਹੈ ਇਹ ਸਰਕਾਰ ਨੂੰ ਲੈ ਕੇ? ਇਹ ਮਤਲਬ ਇਹ ਆ ਵੀ ਅਸੀਂ ਇੱਕ ਰਿਹਰਸਲ ਕਰ ਰਹੇ ਆ। ਅਸੀਂ ਸੱਦਾ ਦਿੱਤਾ ਵੀ 26 ਜਨਵਰੀ ਨੂੰ ਦਿੱਲੀ ਦੇ ਅੰਦਰ ਟਰੈਕਟਰ ਪਰੇਡ ਕਰਕੇ ਗਣਤੰਤਰ ਦਿਵਸ ਮਨਾਵਾਂਗੇ। ਔਰ ਅੱਜ ਦੀ ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਜਿੱਦਾਂ ਉਹਨੇ ਪਿਛਲੀ ਵਾਰੀ 26-27 ਤਰੀਕ ਨੂੰ ਸਾਨੂੰ ਦਿੱਲੀ ਦੀਆਂ ਹੱਦਾਂ ਤੇ ਰੋਕਿਆ ਸੀ, ਜੇ ਐਤਕੀ ਇਹ ਕੋਸ਼ਿਸ਼ ਕੀਤੀ ਤਾਂ ਉਹਨੂੰ ਬਹੁਤ ਭਾਰੀ ਤੇ ਮਹਿੰਗੀ ਪਊਗੀ। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਕਹਿਣਾ ਹੈ ਕਿ ਟਰੈਕਟਰ ਪਰੇਡ ਇਹ ਸਾਡਾ ਇੱਕ ਸ਼ਕਤੀ ਪ੍ਰਦਰਸ਼ਨ ਹੈ ਜਿਹੜਾ ਕਿ ਸਰਕਾਰ ਨੂੰ ਦੱਸਣਾ ਚਾਹੁੰਦਾ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਟਰੈਕਟਰ ਪਰੇਡ ਨੂੰ ਲੈ ਕੇ? ਅਸੀਂ ਤਾਂ ਮੋਦੀ ਸਰਕਾਰ ਨੂੰ ਵਧਾਉਣਾ ਕਢਾਉਣੀਆਂ ਆਦੀਆਂ ਟਰੈਕਟਰ ਲੈ ਕੇ, ਜਿੱਥੇ ਮਰਜ਼ੀ ਭਾਜੇ ਵਾਪਸ ਲੈ ਕੇ ਜਾਣੇ ਆ, ਭਾਵੇਂ 2 ਮਹੀਨੇ ਲੱਗੇ ਭਾਵੇਂ 3 ਲੱਗਣ। ਜੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਉਹ ਟਰੈਕਟਰ ਪਰੇਡ ਕਰਕੇ ਸਰਕਾਰ ਨੂੰ ਜਗਾ ਰਹੇ ਹੋ। ਹਾਂਜੀ, ਟਰੈਕਟਰ ਪਰੇਡ ਕਰਕੇ ਕੀ ਕਰਨ ਜਾ ਰਹੇ ਹੋ ਤੁਸੀਂ? ਇਹ ਅਸੀਂ ਰੈਲੀ ਕੱਢ ਰਹੇ ਹਾਂ ਜੀ। ਸਹੀ ਹੈ ਨਾ, ਜਿਹੜੇ ਮੋਦੀ ਨੇ ਕਾਲੇ ਕਾਨੂੰਨ ਬਣਾਏ ਨਾ ਉਹਨਾਂ ਨੂੰ ਰੱਦ ਕਰਾਉਣ ਲਈ ਉਹਨਾਂ ਸਰਕਾਰਾਂ ਸੁੱਤੀਆਂ ਹੋਈਆਂ ਨੇ, ਉਹਨਾਂ ਨੂੰ ਜਗਾਉਣ ਲਈ ਇੱਕ ਰੈਲੀ ਕੱਢੀ ਆ ਛੋਟੀ ਜੀ। ਠੀਕ ਆ, ਹੁਣ ਆਪਾਂ ਇਹਦੇ ਵਿੱਚ ਬਾਅਦ ਵਿੱਚ ਚੇਤਾਵਨੀ ਦੇ ਰਹੇ ਹਾਂ ਕਿ ਅੱਜ ਇੱਥੇ ਆ, ਕੱਲ ਨੂੰ ਆਪਾਂ ਦਿੱਲੀ ਵੱਲ ਵੀ ਆ ਸਕਦੇ ਆ ਤੇ ਇੱਥੋਂ ਹੀ ਸੁਲਝ ਜਾਵੇ ਆਪਣੇ ਕਾਨੂੰਨ ਜਿਹੜੇ ਵਾਪਸ ਲੈ ਲੈ। ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦਾ ਕਹਿਣਾ ਹੈ ਕਿ ਅਜੇ ਤਾਂ ਕਾਫੀ ਹੱਦ ਤੱਕ ਉਹਨਾਂ ਨੇ ਜਿਹੜੇ ਹਾਈਵੇ ਜਾਮ ਕੀਤੇ ਹੋਏ ਨੇ, ਅੱਗੇ ਨੈਸ਼ਨਲ ਹਾਈਵੇ ਨੂੰ ਲਗਾਤਾਰ ਉਹ ਜਾਮ ਕਰਦੇ ਰਹਿਣਗੇ ਤਾਂ ਜੋ ਸੁੱਤੀ ਹੋਈ ਸਰਕਾਰ ਜਿਹੜੀ ਹੈ ਜਾਗ ਸਕੇ। ਤੁਸੀਂ ਵੇਖ ਸਕਦੇ ਹੋ ਮੇਰੇ ਪਿੱਛੇ ਕਿਸ ਤਰੀਕੇ ਦੇ ਨਾਲ ਕਿਸਾਨ ਹੈ ਜਿਹੜੇ ਉਹ ਟਰੈਕਟਰਾਂ ਤੇ ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਉਹ ਲਗਾਤਾਰ ਇਸ ਪ੍ਰਦਰਸ਼ਨ ਦਾ ਹਿੱਸਾ ਬਣੇ ਹੋਏ ਨੇ ਤੇ ਇਹ ਜਿਹੜੀ ਲਹਿਰ ਹੈ ਅੱਗੇ ਹੀ ਅੱਗੇ ਚੱਲਦੀ ਜਾ ਰਹੀ ਹੈ। ਸੋ ਸਰਕਾਰ ਵੀ ਸ਼ਾਇਦ ਦੇਰ ਕਰ ਰਹੀ ਹੈ ਫੈਸਲਾ ਲੈਣ ਵਿੱਚ, ਪਰ ਕਿਸਾਨਾਂ ਦਾ ਜਿਹੜਾ ਹਿੰਮਤ, ਹੌਸਲਾ ਉਹ ਬਿਲਕੁਲ ਨਹੀਂ ਟੁੱਟ ਰਿਹਾ, ਨਾ ਹੀ ਟੁੱਟੇਗਾ। ਉਹਨਾਂ ਦਾ ਸਿਰਫ ਇੱਕੋ ਇੱਕ ਕਹਿਣਾ ਹੈ ਕਿ ਸਰਕਾਰ ਤਿੰਨੋਂ ਕਾਨੂੰਨ ਰੱਦ ਕਰੇ। ਜਦੋਂ ਤੱਕ ਸਰਕਾਰ ਤਿੰਨੋਂ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਸੜਕਾਂ ਦੇ ਉਤਰੇ ਕਿਸਾਨ ਇਹ ਜਿਹੜੀ ਆਵਾਮ ਹੈ ਇਹ ਲਗਾਤਾਰ ਹੀ ਅੱਗੇ ਵਧਦੀ ਜਾਏਗੀ, ਨਾ ਰੁਕੇਗੀ ਤੇ ਨਾ ਹੀ ਕਦੇ ਰੁਕਣ ਵਾਲੀ ਹੈ। ਆ ਤੁਸੀਂ ਵੇਖ ਸਕਦੇ ਹੋ ਮੇਰੇ ਪਿੱਛੇ ਲਗਾਤਾਰ ਕਾਫਲੇ ਦੀ ਤੁਸੀਂ ਹੱਦ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿ ਅਜੇ ਕੁਝ ਵੀ ਦੱਸਣਾ ਮੁਮਕਿਨ ਨਹੀਂ ਹੈ। ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਕਾਲ ਜੀ, ਰਾਮ ਰਾਮ ਜੀ। ਰਾਮ ਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? मैं मोदी नहीं दिखाना चाहता और ये हलचल है 26 तारीख तो आएंगे तो क्या होगा मोदी साहब,
मंजो ना बच्चों में परेशान करो। बुजुर्ग बच्चे महिला कितनी तादाद में है। हाथ जोड़ कर ये रिक्वेस्ट करूंगा मैं कि मोदी साहब मंजो। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਹੱਥ ਜੋੜ ਕੇ ਇਹ ਲਗਾਤਾਰ ਇਹ ਕਹਿ ਰਹੇ ਨੇ ਕਿ ਮੋਦੀ ਸਰਕਾਰ ਮੰਨ ਜੇ ਤਾਂ ਜੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਟਰੈਕਟਰ ਪਰੇਡ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅਸੀਂ ਬਸ ਆਪਣੇ ਸੰਘਰਸ਼ਾਂ ਵਾਲੇ ਲੱਗੇ ਆ, ਬਸ ਜਾਰੀ ਰਵਾਂਗੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ। ਸਾਡੇ ਕਿ ਕਿਸ ਤਰੀਕੇ ਦੇ ਨਾਲ ਚਿਹਰਿਆਂ ਤੇ ਮੁਸਕਾਨ ਹੈ, ਚਾਹੇ ਇਹ ਇੱਕ ਪ੍ਰਦਰਸ਼ਨ ਹੈ ਪਰ ਇਹਨਾਂ ਦੀ ਹਿੰਮਤ, ਹੌਸਲੇ, ਜਜ਼ਬੇ ਨੂੰ ਅਸੀਂ ਸੈਲੂਟ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਹੈ ਆਪਣਾ ਜਿਹੜਾ ਅੰਦੋਲਨ ਉਹਨਾਂ ਨੇ ਲਗਾਤਾਰ ਚਲਾਇਆ ਹੋਇਆ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹ ਕਾਫਲਾ ਕਿੱਥੋਂ ਸ਼ੁਰੂ ਹੋਇਆ ਸੀ। ਤੁਸੀਂ ਵੇਖ ਸਕਦੇ ਹੋ ਕਿ ਹਾਈਵੇ ਤੇ ਅਸੀਂ ਲਗਾਤਾਰ ਤੁਹਾਨੂੰ ਅਪਡੇਟਸ ਦਿੰਦੇ ਰਹੇ ਹਾਂ ਤੇ ਦਿੰਦੇ ਰਹਾਂਗੇ। ਕਿਸਾਨੀ ਜਿਹੜਾ ਅੱਜ ਕਿਸਾਨਾਂ ਰਾਹੀਂ ਟਰੈਕਟਰ ਪਰੇਡ ਕੱਢੀ ਜਾ ਰਹੀ ਆ, ਉਹਨਾਂ ਨੂੰ ਹੱਲਾਸ਼ੇਰੀ ਦੇਣ ਦੇ ਲਈ, ਉਹਨਾਂ ਦੇ ਵੈਲਕਮ ਦੇ ਲਈ ਇੱਥੇ ਸਾਡੇ ਕੁਝ ਸਿੱਖ ਨੌਜਵਾਨ ਜਿਹੜੇ ਇੱਥੇ ਖੜੇ ਹੋਏ ਨੇ, ਯੰਗਸਟਰ, ਤਾਂ ਜੋ ਕਿਸਾਨੀ ਪਰੇਡ ਕਰ ਰਹੇ ਕਿਸਾਨ ਜਥੇਬੰਦੀਆਂ ਤੇ ਸਿੱਖ ਜਥੇਬੰਦੀਆਂ ਨੂੰ ਇੱਥੇ ਵੈਲਕਮ ਕੀਤਾ ਜਾ ਸਕੇ, ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਸਕੇ ਤਾਂ ਜੋ ਇਹ ਜਿਹੜਾ ਪ੍ਰਦਰਸ਼ਨ ਹੈ ਲਗਾਤਾਰ ਹੀ ਇਸ ਤਰੀਕੇ ਨਾਲ ਚੱਲਦਾ ਰਹੇ, ਅੱਗੇ ਵਧਦਾ ਰਹੇ। ਆਓ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਹਲਚਲ ਟੀਵੀ ਤੋਂ ਹਾਂ ਜਸ਼ਨ, ਤੇ ਤੁਸੀਂ ਕਿਸਾਨ ਹਾਂ, ਅੱਤਵਾਦੀ ਨਹੀਂ। ਸਰਕਾਰ ਨੇ ਆਪਣੇ ਹੱਕ ਮੰਗਣ ਆਏ ਕਿਸਾਨਾਂ ਨੂੰ ਅੱਤਵਾਦੀਆਂ ਤੱਕ ਦਾ ਨਾਮ ਦੇ ਦਿੱਤਾ ਹੋਇਆ। ਸੋ ਕਿ ਜਦੋਂ ਵੀ ਕਦੇ ਸਰਕਾਰ ਕਿਸਾਨਾਂ ਕੀ ਕਿਸੇ ਵੀ ਆਮ ਆਦਮੀ ਦੇ ਖਿਲਾਫ ਵੀ ਕੋਈ ਇਸ ਤਰੀਕੇ ਦਾ ਕਾਨੂੰਨ ਪਾਸ ਕਰੇਗੀ ਕਿ ਫਿਰ ਤੋਂ ਇਸ ਤਰੀਕੇ ਨਾਲ ਕਾਫਲੇ ਜੁੜਨਗੇ? ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਤੁਸੀਂ ਸਾਨੂੰ ਆਪਣੇ ਟੈਲੀਵਿਜ਼ਨ ਦੇ ਆਪਣੇ ਚੈਨਲ ਦੇ ਜ਼ਰੀਏ ਲੋਕਾਂ ਤੱਕ ਸਾਡੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਮੈਂ ਤੁਹਾਡਾ ਧੰਨਵਾਦੀ ਹਾਂ। ਜਦੋਂ ਕਿਸੇ ਵੀ ਦੇਸ਼ ਦੇ ਵਿੱਚ ਆਫਤ ਆ ਜਾਂਦੀ ਆ, ਕਿਸੇ ਵੀ ਕੰਟਰੀ ਵਿੱਚ ਆਫਤ ਆ ਜਾਂਦੀ ਤੇ ਹਰ ਇੱਕ ਜਗ੍ਹਾ ਦੇ ਉੱਤੇ ਕਿਸਾਨ ਲੰਗਰ ਲਾਉਂਦੇ ਆ। ਤੇ ਜਦੋਂ ਕਾਠਮੰਡੂ ਦੇ ਵਿੱਚ ਭੁਚਾਲ ਆਇਆ ਸੀ ਉਦੋਂ ਵੀ ਲੰਗਰ ਲੱਗੇ ਸੀ, ਕੇਰਲਾ ਵਿੱਚ ਜਦੋਂ ਹੜ੍ਹ ਆਇਆ ਉਦੋਂ ਵੀ ਲੰਗਰ ਲੱਗੇ ਸੀ। ਜੇ ਅੱਜ ਕਿਸਾਨ ਇੱਥੇ ਆਪਣੇ ਹੱਕ ਲੈਣ ਵਾਸਤੇ ਆ ਕੇ ਇੱਥੇ ਜੇ ਕੋਈ ਪ੍ਰੋਟੈਸਟ ਕਰਦਾ ਪਿਆ ਤੇ ਉਹਨੂੰ ਅੱਤਵਾਦੀ ਕਿਹਾ ਜਾਂਦਾ ਆ। ਮੈਂ ਬੇਨਤੀ ਕਰਦਾ ਹਾਂ ਮੋਦੀ ਜੀ ਨੂੰ ਵੀ ਉਹ ਇੱਕ ਦਿਨ ਆ ਕੇ ਮੋਟਰ ਦੇ ਪਾਣੀ ਦਾ ਨੱਕਾ ਮੋੜ ਕੇ ਦਿਖਾ ਦੇਣ ਤਾਂ ਫਿਰ ਮੈਂ ਤਾਂ ਮੰਨੂ ਉਹਨਾਂ ਨੂੰ। ਤੇ ਇਹ ਤਾਂ ਅੱਜ ਸਾਡਾ ਜਿਹੜਾ ਅੱਜ ਦਾ ਇਹ ਟ੍ਰੇਲਰ ਸੀਗਾ। ਹੁਣ ਅਸੀਂ 26 ਜਨਵਰੀ ਨੂੰ, ਜਿੱਦਾਂ ਕਿ ਸਮੁੰਦਰ ਦਾ ਕੋਈ ਕਿਨਾਰਾ ਨਹੀਂ ਨਾ ਹੁੰਦਾ, ਇਸੇ ਤਰੀਕੇ ਦੇ ਨਾਲ 26 ਜਨਵਰੀ ਨੂੰ ਤੁਸੀਂ ਦੇਖਣਾ ਸਾਡੇ ਕਿਸਾਨਾਂ ਦਾ ਕੋਈ ਕਿਨਾਰਾ ਨਹੀਂ ਹੋਣਾ, ਅੰਤ ਨਹੀਂ ਹੋਣਾ। ਅਸੀਂ ਤਾਂ ਨੇਰੀਆਂ ਲਿਆ ਦੇਾਂਗੇ ਜੀ। ਅਸੀਂ ਦਿੱਲੀ ਫਤਿਹ ਕਰਕੇ ਜਾਣਾ ਆ। 20 ਵਾਰੀ ਅੱਗੇ ਜਿੱਤੀ ਆ, 21ਵੀਂ ਵਾਰੀ ਹੁਣ ਦਿੱਲੀ ਅਸੀਂ ਫੇਰ ਜਿੱਤ ਕੇ ਜਾਵਾਂਗੇ। ਤੇ ਜਿਹੜੀ ਅੱਜ ਟਰੈਕਟਰ ਪਰੇਡ ਹੋ ਰਹੀ ਹੈ, ਇਹ ਟਰੈਕਟਰ ਪਰੇਡ ਹੈ ਜਿਹੜੀ ਇਹ ਲਗਾਤਾਰ ਅੱਜ ਹੀ ਚੱਲੇਗੀ। 26 ਜਨਵਰੀ ਨੂੰ ਵੀ ਇਸੇ ਤਰੀਕੇ ਨਾਲ ਹੋਵੇਗੀ। 26 ਜਨਵਰੀ ਨੂੰ ਵੀ ਇਸੇ ਤਰ੍ਹਾਂ ਬੈਕ ਟੂ ਬੈਕ ਸਾਰਾ ਕੰਮ ਹੋਏਗਾ, ਕਿਉਂਕਿ ਆਪਾਂ ਜੰਗ ਜਿੱਤਣ ਆਏ ਆ, ਜਿੱਤ ਕੇ ਹੀ ਵਾਪਸ ਜਾਵਾਂਗੇ। ਸੋ ਤੁਹਾਨੂੰ ਕੀ ਪੂਰੀ ਉਮੀਦ ਹੈ 26 ਜਨਵਰੀ ਨੂੰ ਸਰਕਾਰ ਜਿਹੜੀ ਹੈ ਤਿੰਨੋਂ ਕਾਨੂੰਨ ਰੱਦ ਕਰ ਦੇਵੇਗੀ? ਬਿਲਕੁਲ, ਉਹਨਾਂ ਨੂੰ ਕਰਨਾ ਹੀ ਪੈਣਾ ਆ, ਕਿਉਂਕਿ ਜਿੱਦਾਂ ਏਕਾ ਹੋਇਆ ਪਿਆ, ਜਿੱਦਾਂ ਇਕੱਠ ਹੋਇਆ ਪਿਆ ਆ, ਆਪਾਂ ਇਹ ਸਾਰਾ ਕੁਝ ਕਰਕੇ ਜਾਵਾਂਗੇ। ਆਪਣੇ ਹੱਕ ਲੈਣ ਲਈ ਆਏ ਆ, ਬਣਦਾ ਵੀ ਹੈਗਾ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਰੀਕੇ ਨਾਲ ਟਰੈਕਟਰ ਪਰੇਡ ਕਰਕੇ, ਦਿੱਲੀ ਦਾ ਘਿਰਾਵ ਕਰਕੇ ਕੀ ਸੁੱਤੀ ਹੋਈ ਸਰਕਾਰ ਜਾਗ ਸਕਦੀ ਹੈ? ਜੀ ਅਸੀਂ ਜ਼ਰੂਰ ਜਗਾਵਾਂਗੇ। ਅਸੀਂ 26 ਜਨਵਰੀ ਨੂੰ ਇਸ ਤੋਂ ਵੀ ਜ਼ਿਆਦਾ ਇਕੱਠ ਕਰਕੇ ਪੂਰਾ ਸਰਕਾਰ ਨੂੰ ਦਿਖਾਵਾਂਗੇ ਵੀ ਅਸੀਂ ਵੀ ਕੁਝ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਨੋ ਫਾਰਮਰ ਨੋ ਫੂਡ। ਜੇਕਰ ਕਿਸਾਨ ਨਹੀਂ ਹੋਵੇਗਾ ਤੇ ਅੰਨ ਦੀ ਪੈਦਾਵਾਰ ਕੌਣ ਕਰੇਗਾ? ਉਹੀ ਅੰਨਦਾਤਾ ਜਿਹੜਾ ਸੁਨਾਮੀਆਂ ਦੇ ਵਿੱਚ ਜਾ ਕੇ ਵੀ, ਜਦੋਂ ਵੀ ਕਦੇ ਨੈਚੁਰਲ ਡਿਜ਼ਾਸਟਰ ਆਏ ਨੇ, ਸਭ ਤੋਂ ਪਹਿਲਾਂ ਕਿਸਾਨਾਂ ਨੇ ਉੱਥੇ ਜਾ ਕੇ ਆਪਣੀ ਹੱਲਾਸ਼ੇਰੀ ਦਿੱਤੀ ਹੈ। ਫੂਡ ਅੱਜ ਦਿਨ ਤੱਕ ਵੀ ਬੰਦ ਨਹੀਂ ਹੋਏ। ਕਰੋਨਾ ਕਾਲ ਦੇ ਵਿੱਚ ਵੀ ਹਰ ਕਿਸੇ ਨੇ, ਕਰਫਿਊ ਦੇ ਦੌਰਾਨ ਸਭ ਕਿਤੇ ਕੰਮਕਾਰ ਠੱਪ ਸੀ, ਪਰ ਕਿਸਾਨ ਜਿਹੜੇ ਲਗਾਤਾਰ ਹਰ ਕਿਸੇ ਦੇ ਘਰ ਫੂਡ, ਸਬਜ਼ੀਆਂ ਦੀ ਸਪਲਾਈ ਲਗਾਤਾਰ ਕਰਦੇ ਰਹੇ। ਅੱਜ ਉਹੀ ਕਿਸਾਨ ਸੜਕਾਂ ਦੇ ਉੱਤੇ ਉਤਰੇ ਨੇ। ਅੰਨਦਾਤਾ ਜਿਹੜਾ ਆਪਣੀ ਰੋਜ਼ੀ ਰੋਟੀ ਦੇ ਹੱਕਾਂ ਦੇ ਖਾਤਰ ਸੜਕਾਂ ਉੱਤੇ ਉਤਰੇ ਨੇ। ਸਰਕਾਰ ਕਦੇ ਕਿਸ ਨਾਮ ਦੇ ਨਾਲ ਉਹਨਾਂ ਨੂੰ ਨਿਵਾਜ ਰਹੀ ਹੈ, ਕਦੇ ਕਿਸ ਨਾਮ ਦੇ ਨਾਲ ਨਿਵਾਜ ਰਹੀ ਹੈ। ਸੋ ਤੁਸੀਂ ਵੇਖ ਸਕਦੇ ਹੋ ਕਿ ਅੱਜ ਦਿੱਲੀ ਦੇ ਵਿੱਚ ਨੈਸ਼ਨਲ ਹਾਈਵੇ ਉੱਤੇ ਕਿਸਾਨਾਂ ਨੇ ਜਿਹੜਾ ਟਰੈਕਟਰ ਪਰੇਡ ਕੀਤਾ ਹੈ, ਸੁੱਤੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਟਰੈਕਟਰ ਪਰੇਡ ਦੇ ਬਾਰੇ ਵਿੱਚ? ਟਰੈਕਟਰ ਪਰੇਡ ਤੇ ਕਿਸਾਨਾਂ ਨੇ ਮੀਟਿੰਗ ਤੋਂ ਪਹਿਲਾਂ ਇੱਕ ਸੰਦੇਸ਼ ਦਿੱਤਾ ਸਰਕਾਰ ਨੂੰ ਕਿ ਉਹ ਹਜੇ ਵੀ ਸਾਡੀਆਂ ਮੰਗਾਂ ਮੰਨ ਲੈਣ। ਜੇ ਨਾ ਮੰਗਾਂ ਮੰਨਣਗੇ ਤਾਂ ਇਸ ਤੋਂ ਹੋਰ ਵੀ ਸੰਘਰਸ਼ ਨੂੰ ਤੇਜ਼ ਕੀਤਾ ਜਾਊਗਾ। ਤੇ ਇਸ ਸਾਡੇ ਚੈਨਲ ਰਾਹੀਂ ਵੀ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਅਸੀਂ ਕਹਿਣ ਨੂੰ ਤਾਂ ਇੱਕ ਲੋਕਤੰਤਰ ਦੇਸ਼ ਵਿੱਚ ਰਹਿੰਦੇ ਹਾਂ, ਪਰ ਜਦੋਂ ਕੋਈ ਅਸੀਂ ਆਪਣੇ ਹੱਕਾਂ ਲਈ ਮੰਗ ਕਰਦੇ ਹਾਂ ਤਾਂ ਉਹ ਸਾਨੂੰ ਕਦੀ ਅੱਤਵਾਦੀ ਕਹਿੰਦੇ ਨੇ ਤੇ ਕਦੀ ਵੱਖਵਾਦੀ ਕਹਿੰਦੇ ਨੇ। ਕਹਿਣ ਨੂੰ
ਖਾਸ ਕਰ ਜਿਹੜਾ ਇੰਟਰਨੈਸ਼ਨਲ ਮੀਡੀਆ ਤੁਹਾਡਾ ਆਪਣਾ ਗੋਦੀ ਮੀਡੀਆ ਆ, ਉਹਨੇ ਸਾਰੇ ਦੇਸ਼ 'ਚ ਇਹ ਗੱਲ ਫੈਲਾਈ ਹੋਈ ਆ ਕਿ ਇਹ ਕਿਸਾਨ ਨਹੀਂ ਅੱਤਵਾਦੀ ਆ। ਕਿੰਨੀ ਸ਼ਰਮ ਲਈ ਸਾਡੇ ਲਈ ਇਹ ਗੱਲ ਆ ਕਿ ਸਾਨੂੰ ਬੈਨਰ ਫੜ ਕੇ ਕਹਿਣਾ ਪੈ ਰਿਹਾ ਇਸ ਦੇਸ਼ ਦੇ ਨਿਵਾਸੀ ਹੋਣ ਦੇ ਬਾਵਜੂਦ ਆਪਣੇ ਮੱਥੇ ਬੈਨਰ ਲੈ ਕੇ ਤੁਰੇ ਫਿਰਦੇ ਆ ਕਿ ਅਸੀਂ ਅੱਤਵਾਦੀ ਨਹੀਂ। ਹਾਲਾਂਕਿ ਉਹ ਇੱਥੇ ਆ ਕੇ ਦੇਖਣ ਵੀ ਅੱਤਵਾਦੀ ਇਦਾਂ ਦੇ ਹੁੰਦੇ ਨੇ, ਦੇਖਣ ਕਿਸ ਤਰ੍ਹਾਂ ਲੰਗਰ ਚੱਲਦੇ ਪਏ ਨੇ, ਕਿਸ ਤਰ੍ਹਾਂ ਸੰਸਥਾਵਾਂ ਕੰਮ ਕਰ ਰਹੀਆਂ ਨੇ। ਇੱਕ ਜੋ ਇਹ ਜੇ ਫਾਰਮਰ ਨਾ ਰਿਹਾ ਤੇ ਫੂਡ ਵੀ ਨਹੀਂ ਰਹੂਗਾ। ਤੁਸੀਂ ਦੇਖਿਆ ਹੋਣਾ ਕਰੋਨਾ ਕਾਲ ਵਿੱਚ ਪੰਜਾਬ ਵਿੱਚ ਜਾਂ ਹੋਰ ਸਟੇਟਾਂ ਵਿੱਚ ਜਿੱਥੇ ਵੀ ਸੀ ਕਿਸਾਨਾਂ ਨੇ ਆਪਣੇ ਲੋ ਪੂਰੇ ਤੌਰ ਤੇ ਲੰਗਰ ਲਾਏ ਤੇ ਇੱਕ ਖੇਤੀ ਇਹੋ ਜਿਹਾ ਕੀਤਾ ਜਿਹਦੇ ਵਿੱਚ GDP 3% ਅੱਪ ਗਈ ਕਰੋਨਾ ਕਾਲ 'ਚ। ਹੁਣ ਉਹਨਾਂ ਨੂੰ ਸਾਡੀ ਉਹੀ ਚੁੱਭ ਰਹੀ ਆ, ਉਹ ਬਸ ਇੱਥੇ ਵੀ ਕਾਰਪੋਰੇਟ ਜਗ੍ਹਾ ਨੂੰ ਸਾਡੇ ਉੱਤੇ ਲਿਆ ਕੇ ਸਾਡੀਆਂ ਖੇਤੀਆਂ ਫਸਲ ਨੂੰ ਖਤਮ ਕਰਨਾ ਚਾਹੁੰਦੇ ਆ। ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ, ਅਸੀਂ ਆਪਣੇ ਹੱਕਾਂ ਲਈ ਲੜਦੇ ਰਹਾਂਗੇ। ਤੇ ਇਹ ਜਿਹੜਾ ਹੁਣ ਸੰਘਰਸ਼ ਆ ਇਹ ਆਮ ਲੋਕਾਂ ਦਾ ਸੰਘਰਸ਼ ਬਣ ਚੁੱਕਾ ਆ, ਆਮ ਜਨਤਾ ਵੀ ਸਾਡੇ ਨਾਲ ਜੁੜ ਰਹੀ ਆ। ਤੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਜਿਨ੍ਹਾਂ ਦੇ ਹਜੇ ਵੀ ਇਹ ਮਨ ਥੋੜੀ ਬਹੁਤੀ ਸ਼ੰਕਾ ਹੈਗੀ ਆ ਕਿ ਸਿਰਫ ਕਿਸਾਨ ਆਪਣੇ ਲਈ ਆਏ ਆ, ਪਰ ਜੇ ਕਿਸਾਨ ਉਜੜੂਗਾ ਤਾਂ ਇਹਦੇ ਨਾਲ ਛੋਟੇ ਦੁਕਾਨਦਾਰ ਵੀ ਉਜੜਨਗੇ। ਜਿਹੜੇ ਦੂਜਾ ਕਸਟਮਰ ਆ, ਜਿਹੜਾ ਕੰਜ਼ਿਊਮਰ ਆ, ਜਿਹੜਾ ਸਬਜ਼ੀਆਂ ਦਾਲਾਂ ਹੋਏ ਖਰੀਦਾ, ਉਹ ਵੀ ਮਹਿੰਗੀਆਂ ਹੋਣਗੀਆਂ। ਜਿਸ ਤਰ੍ਹਾਂ ਤੁਸੀਂ ਆਮ ਦੇਖਦੇ ਹੋ ਕੋਈ ਇੱਕ ਮਾਲ ਦੇ ਵਿੱਚ ਉਹ ਚੀਜ਼ 500 ਰੁਪਏ ਦੀ ਹੁੰਦੀ ਆ, ਜਦੋਂ ਬਾਹਰ ਆਉਂਦੀ ਜਦੋਂ ਤੁਸੀਂ ਆਮ ਰੇਟ ਤੋਂ ਦੇਖੋ ਤਾਂ ਉਹ ਚੀਜ਼ 50 ਰੁਪਏ ਤੁਹਾਨੂੰ ਮਿਲਦੀ ਆ। ਇਸ ਕਰਕੇ ਆਮ ਲੋਕਾਂ ਲਈ ਵੀ ਇਹ ਕਾਨੂੰਨ ਬਹੁਤ ਜ਼ਿਆਦਾ ਖਤਰਨਾਕ। ਜਿਸ ਤਰ੍ਹਾਂ ਹੁਣ ਐਸੈਂਸ਼ੀਅਲ ਕਮੋਡਿਟੀ ਐਕਟ ਬਣਾਇਆ ਜਿਹੜਾ ਕਾਨੂੰਨ ਆ, ਉਹ ਜਮਾਖੋਰੀ ਨੂੰ ਬਿਲਕੁਲ ਬੜਾਵਾ ਦੇਗਾ। ਜਦੋਂ ਕੋਈ ਕਾਰਪੋਰੇਟ ਜਗ੍ਹਾ ਸਾਰੀ ਚੀਜ਼ਾਂ ਤੇ ਕਬਜ਼ਾ ਕਰ ਲਏਗਾ ਤੇ ਜਮਾਖੋਰੀ ਆਟੋਮੈਟਿਕਲੀ ਵੱਧ ਜਾਏਗੀ। ਇਸ ਕਰਕੇ ਮੇਰੇ ਸਾਰਿਆਂ ਨੂੰ ਅਪੀਲ ਆ ਕਿ ਇਸ ਸੰਘਰਸ਼ ਵਿੱਚ ਵੱਧ ਤੋਂ ਵੱਧ ਖਾਨਾ ਸਾਥ ਦੇਵੋ। ਤੁਸੀਂ ਜੇ ਇਹ ਜੰਗ ਜਿਹੜੀ ਆਪਾਂ ਇੱਕ ਨੇ ਜਿੱਤ ਸਕਦੇ ਆ। ਮੈਂ ਇਹੀ ਕਹਿਣਾ ਚਾਹੁੰਦਾ ਕਿ ਇਹ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਕਿਸਾਨਾਂ ਇੱਥੇ ਸੰਘਰਸ਼ ਕਰਨਾ ਸੌਖਾ ਨਹੀਂ। ਇੱਥੇ ਇੱਕ ਵਾਰੀ ਆ ਕੇ ਦੇਖਣ ਇੰਨੀ ਠੰਡ ਵਿੱਚ ਇੱਥੇ ਕੋਈ ਪਿਕਨਿਕ ਮਨਾਉਣ ਨਹੀਂ ਆਇਆ, ਆਪਣੇ ਹੱਕਾਂ ਲਈ ਆਇਆ ਹੋਇਆ ਜੀ। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਘਰ ਬੈਠੇ ਹੋਏ ਕਿਸਾਨਾਂ ਨੂੰ ਵੀ ਮੈਂ ਆਪਣੇ ਚੈਨਲ ਹਲਚਲ TV ਕੈਨੇਡਾ ਦੇ ਰਾਹੀਂ ਸੰਬੋਧਨ ਕਰਦੀ ਹਾਂ ਕਿ ਉਹ ਵੀ ਜਲਦੀ ਤੋਂ ਜਲਦੀ ਆਉਣ ਤੇ ਇਸ ਪ੍ਰਦਰਸ਼ਨ ਦਾ ਹਿੱਸਾ ਬਣਨ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਡਮ, ਆਪਾਂ ਇਹ ਦੱਸਣਾ ਚਾਹੁੰਦੇ ਆ ਵੀ ਅਸੀਂ ਸਰਕਾਰ ਤੋਂ ਕੁਝ ਮੰਗ ਨਹੀਂ ਰਹੇ। ਜੋ ਸਾਨੂੰ ਦੇ ਰਹੇ ਹੋ ਸਾਡੇ ਲਈ ਠੀਕ ਨਹੀਂ ਹੈ ਨਾ। ਤੇ ਆਪਾਂ ਤਾਂ ਇਹੀ ਕਹਿ ਰਹੇ ਤੁਸੀਂ ਕਾਲੇ ਕਾਨੂੰਨ ਵਾਪਸ ਕਰੋ, ਅਸੀਂ ਆਪਣੇ ਘਰੋਂ ਜਾਈਏ ਹੈ ਨਾ। ਸਾਡੀ ਖੇਤੀ ਇੱਕ ਇਦਾਂ ਦਾ ਕੀਤਾ ਜਿਹਦੇ ਵਿੱਚ ਨਾ ਦਿਨੇ ਕੰਮ ਮੁੱਕਦਾ ਨਾ ਰਾਤ ਕੰਮ ਮੁੱਕਦਾ, ਕੋਈ ਛੁੱਟੀ ਨਹੀਂ ਆ। ਪਰ ਫਿਰ ਵੀ ਅਸੀਂ ਸਭ ਕੁਝ ਛੱਡ ਕੇ ਇੱਥੇ ਆਣ ਕੇ ਬੈਠੇ ਆ ਸਿਰਫ ਆਪਣੇ ਹੱਕ ਮੰਗਣ ਲਈ। ਸਾਡੀ ਅਪੀਲ ਆ ਸਰਕਾਰ ਨੂੰ ਵੀ ਜਿੰਨੀ ਛੇਤੀ ਕਰਨਗੇ ਉਨੀ ਛੇਤੀ ਅਸੀਂ ਆਪਣੇ ਘਰਾਂ ਨੂੰ ਜਾਈਏ, ਉਹ ਕਾਨੂੰਨ ਵਾਪਸ ਲੈ ਲੈਣ, ਸਾਨੂੰ ਕੋਈ ਦਿੱਕਤ ਨਹੀਂ। ਤੁਸੀਂ ਵੇਖ ਸਕਦੇ ਹੋ ਕਿ ਕੋਈ ਜਿਹੜੇ ਸਰਕਾਰੀ ਨੌਕਰੀ ਕਰਦੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਛੁੱਟੀਆਂ ਮਿਲਦੀਆਂ ਨੇ, ਆਰਾਮ ਮਿਲਦਾ ਹੈ। ਪਰ ਜਿਹੜਾ ਇੱਕ ਕਿਸਾਨ ਹੈ ਮੀਂਹ ਨੇਰੀ ਤੂਫਾਨ ਦੇ ਵਿੱਚ ਵੀ ਉਹ ਖੇਤੀ ਦੀ ਪੈਦਾਵਾਰ ਲਗਾਤਾਰ ਹੀ ਕਰਦੇ ਰਹਿੰਦੇ ਨੇ। ਕਿਸਾਨਾਂ ਨੂੰ ਕਿਤੇ ਵੀ ਆਰਾਮ ਨਹੀਂ ਹੈ ਤੇ ਅੱਜ ਉਹੀ ਕਿਸਾਨਾਂ ਦੇ ਜਿਹੜੇ ਹੱਕ ਹੈ ਖੋਏ ਜਾ ਰਹੇ ਨੇ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਬਣਾਏ ਨੇ ਜੀ। ਅੱਜ ਜਿਹੜਾ ਟਰੈਕਟਰਾਂ ਦੇ ਉੱਤੇ ਕਿਸਾਨਾਂ ਨੇ ਮਾਰਚ ਕੀਤਾ ਹੈ, ਇਹ 26 ਜਨਵਰੀ ਦਾ ਇੱਕ ਸਾਡਾ ਟ੍ਰਾਇਲ ਸੀ ਛੋਟਾ ਜਿਹਾ। ਇਸ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਆਉਣ ਵਾਲੀ 26 ਤਰੀਕ ਨੂੰ ਜੇਕਰ ਇਹ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ, ਉਸ ਤੋਂ ਪਹਿਲਾਂ 26 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਦਿੱਲੀ ਦੇ ਵਿੱਚ ਕਿਸਾਨ ਮਾਰਚ ਕਰਨਗੇ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਦੇ ਵਿੱਚ ਮਾਰਚ ਕਰਨਗੇ। ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਮੀਡੀਆ ਰਾਹੀਂ ਕਿ ਹੋਰ ਕੋਈ ਵੀ ਗੱਡੀ ਮੋਟਰਸਾਈਕਲ ਵਹੀਕਲ ਉਸ ਦਿਨ ਰੋਡ ਤੇ ਨਾ ਕੱਢਣ। ਉਸ ਦਿਨ ਕਿਸਾਨਾਂ ਨੇ ਹਰ ਰੋਡ ਦੇ ਉੱਤੇ ਮਾਰਚ ਕਰਨਾ ਔਰ ਇਹ ਕਾਲੇ ਕਾਨੂੰਨ ਰੱਦ ਕਰਾਉਣ ਤੋਂ ਬਿਨਾਂ ਅਸੀਂ ਘਰਾਂ ਨੂੰ ਵਾਪਸ ਨਹੀਂ ਜਾ ਸਕਦੇ। ਇਹ ਸਾਡੇ ਹੋਣ ਦੀ ਲੜਾਈ ਹੈ, ਸਾਡੇ ਬੱਚਿਆਂ ਦੇ ਵਜੂਦ ਦੀ ਲੜਾਈ ਹੈ, ਸਾਡਾ ਆਉਣ ਵਾਲਾ ਭਵਿੱਖ ਬਚਾਉਣ ਦੀ ਲੜਾਈ ਹੈ। ਇਹਨਾਂ ਨੂੰ ਕਾਲੇ ਕਾਨੂੰਨ ਰੱਦ ਕਰਾਉਣ ਤੋਂ ਬਿਨਾਂ ਅਸੀਂ ਵਾਪਸ ਘਰਾਂ ਨੂੰ ਨਹੀਂ ਜਾ ਸਕਦੇ ਜੀ। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਸਿਰਫ ਇੱਕੋ ਇੱਕ ਕਹਿਣਾ ਹੈ ਕਿ ਕਾਲੇ ਕਾਨੂੰਨ ਰੱਦ ਹੀ ਕੀਤੇ ਜਾਣ। 26 ਜਨਵਰੀ ਵਾਲੇ ਦਿਨ ਜਿਹੜਾ ਝੰਡੇ ਦੇ ਨਾਲ ਨਾਲ ਕਿਸਾਨੀ ਅੰਦੋਲਨ ਦਾ ਝੰਡਾ ਵੀ ਦਿੱਲੀ ਦੀ ਹਿੱਕ ਦੇ ਉੱਤੇ ਲਹਿਰਾਇਆ ਜਾਵੇਗਾ। ਸੋ ਕਿਸਾਨਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਆਮ ਆਦਮੀ ਵੀ ਇਸ ਅੰਦੋਲਨ ਦਾ ਹਿੱਸਾ ਬਣੇ। ਇਹ ਸਿਰਫ ਲੜਾਈ ਕਿਸਾਨਾਂ ਦੀ ਹੀ ਨਹੀਂ ਹੈ, ਗੱਲ ਇੱਥੇ ਸਿਰਫ ਰੋਜ਼ੀ ਰੋਟੀ ਦੀ ਹੈ, ਹੱਕਾਂ ਦੀ ਹੈ। ਸੋ ਜੇਕਰ ਅੱਜ ਕਿਸਾਨ ਰੋੜ ਰਿਹਾ ਤਾਂ ਆਉਣ ਵਾਲੇ ਟਾਈਮ ਵਿੱਚ ਆਮ ਆਦਮੀ ਵੀ, ਚਾਹੇ ਉਹ ਕੋਈ ਵੀ ਬਿਜ਼ਨਸ ਕਰਦਾ ਹੈ ਜਾਂ ਕੋਈ ਸ਼ੌਪਕੀਪਰ ਹੈ ਜਾਂ ਮਿਡਲ ਕਲਾਸ ਫੈਮਿਲੀ ਤੋਂ ਕੋਈ ਵੀ ਹੈ, ਇਹ ਕਾਨੂੰਨ ਜਿਹੜੇ ਬਣੇ ਨੇ ਇਹ ਸਾਰਿਆਂ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਸਿੱਧ ਹੋਣਗੇ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਹਾਂਜੀ, मैं कहना चाहता हूँ भाई ये तीनों काले कानून वापस लो और हरियाणा में दुष्यंत और बीजेपी दोबारा दिखे नहीं की। हम ये कहना चाहते हैं भाई अपने मोदी साहब से कि भाई अभी टाइम है तेरे पास, नहीं तो 26 जनवरी को बवाल होने वाला है, ये सभी को पता है। तो ये मान जाए इसमें भलाई इसकी, नहीं तो बहुत बुरा होगा मोदी के साथ। अब भाई यही कहना चाहता हूँ मैं। ਵੇਖ ਸਕਦੇ ਹੋ ਕਿ ਕਿਸਾਨਾਂ ਦਾ ਜਿਹੜਾ ਗੁੱਸਾ ਹੈ ਉਹ ਵੀ ਤੁਸੀਂ ਵੇਖਿਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ
ਮੋਦੀ ਸਰਕਾਰ ਮੁਰਦਾਬਾਦ ਦੇ ਨਾਰੇ ਲਗਾਤਾਰ ਹੀ ਲਗਾਏ ਜਾ ਰਹੇ ਨੇ। ਕਿਸਾਨਾਂ ਦਾ ਸਿਰਫ ਇੱਕੋ ਇੱਕ ਕਹਿਣਾ ਹੈ ਕਿ ਉਹਨਾਂ ਦੇ ਜਿਹੜੇ ਕਾਨੂੰਨ ਹੈ ਉਹ ਰੱਦ ਕੀਤੇ ਜਾਣ। ਸੋ ਤੁਹਾਨੂੰ ਵੀ ਪਤਾ ਹੈ ਕੜਾਕੇ ਦੀ ਠੰਡ ਹੈ। ਇਸ ਪ੍ਰਦਰਸ਼ਨ ਦੇ ਵਿੱਚ ਕਾਫੀ ਹੱਦ ਤੱਕ ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ, ਕਾਫੀ ਕਿਸਾਨ ਜਿਹੜੇ ਸ਼ਹੀਦ ਹੋ ਚੁੱਕੇ ਨੇ। ਸੋ ਕਿਸਾਨਾਂ ਦਾ ਫਿਰ ਵੀ ਜਜ਼ਬਾ ਜਨੂਨ ਅਜੇ ਤੱਕ ਵੀ ਕਾਇਮ ਹੈ ਤੇ ਕਾਇਮ ਹੀ ਰਹੇਗਾ। ਉਹ ਲਗਾਤਾਰ ਹੀ ਇਸ ਜਿਹੜੇ ਆਵਾਮ ਨੂੰ ਅੱਗੇ ਵਧਾਉਂਦੇ ਰਹਿਣਗੇ। ਇਹ ਲਹਿਰ ਅੱਗੇ ਵਧਦੀ ਰਹੇਗੀ। ਆਓ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਹਲਚਲ ਟੀਵੀ ਕੈਨੇਡਾ ਵੱਲੋਂ ਜਸ਼ਨ ਆ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਦੀ ਟਰੈਕਟਰ ਪਰੇਡ ਬਾਰੇ ਵਿੱਚ? ਤੁਸੀਂ ਵੇਖ ਹੀ ਸਕਦੇ ਹੋ ਕਿ ਇੰਨੀ ਉਮੀਦ ਵੀ ਨਹੀਂ ਸੀ। ਬਹੁਤ ਜ਼ਿਆਦੀ ਜੋ ਪਬਲਿਕ ਹੈ ਇੱਥੇ ਕਿਸਾਨ ਪ੍ਰੋਟੈਸਟ ਕਰਨ ਲਈ ਆ ਚੁੱਕੇ ਨੇ ਤੇ ਸਾਨੂੰ ਉਮੀਦ ਹੈ ਜਿਹੜੀ ਆਪਾਂ 26 ਤਰੀਕ ਰੱਖੀ ਹੈ ਇਸ ਤੋਂ ਹੋਰ ਵੀ ਬਹੁਤ ਜ਼ਿਆਦਾ ਤਾਦਾਦ ਵਿੱਚ ਟਰੈਕਟਰ ਇੱਥੇ ਆਉਣਗੇ ਤੇ ਅਸੀਂ ਸਰਕਾਰ ਨੂੰ ਆਪਣਾ ਆਪ ਵਿਖਾਵਾਂਗੇ ਵੀ ਅਸੀਂ ਤੁਹਾਡੇ ਵਾਸਤੇ ਆਪਣਾ ਹੱਕ ਮੰਗਣ ਆਏ ਹਾਂ ਤੇ ਸਾਡਾ ਹੱਕ ਸਾਨੂੰ ਜਿੰਨਾ ਹੋ ਸਕਦਾ ਹੈ ਲੇਟ ਨਾ ਕਰੋ, ਛੇਤੀ ਦਿਓ, ਤਾਂ ਕਿ ਤੁਸੀਂ ਵੇਖ ਰਹੇ ਹੋ ਹਰ ਰੋਜ਼ ਇੱਕ ਮੌਤ ਹੋ ਰਹੀ ਹੈ ਤੇ ਸਰਕਾਰ ਨੂੰ ਇਸ ਬਾਰੇ ਕੋਈ ਵੀ ਮਹਿਸੂਸ ਨਹੀਂ ਹੋ ਰਿਹਾ ਵੀ ਇੱਥੇ ਕਿਸਾਨ ਪ੍ਰੋਟੈਸਟ ਕਰ ਰਹੇ ਨੇ, ਉਹਨਾਂ ਦਾ ਜਿਹੜਾ ਹੱਕ ਉਹਨੂੰ ਦਿੱਤਾ ਜਾਵੇ ਤੇ ਬੇਗੋਲੀ ਸਰਕਾਰ ਹੋਈ ਹੈ, ਕੋਈ ਸਾਡਾ ਸੁਣ ਨਹੀਂ ਰਹੀ। ਜੀ, ਤੁਸੀਂ ਵੇਖ ਸਕਦੇ ਹੋ ਕਿ ਕਿਸਾਨਾਂ ਦਾ ਇੱਕੋ ਇੱਕ ਕਹਿਣਾ ਹੈ ਕਿ ਜਿਹੜੇ ਕਾਨੂੰਨ ਰੱਦ ਹੀ ਕੀਤੇ ਜਾਣ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਵੇਖੋ ਜੀ, ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਸਰਕਾਰ ਜਿੰਨੀ ਛੇਤੀ ਸਮਝ ਜਾਏਗੀ ਸਰਕਾਰ ਲਈ ਓਨਾ ਹੀ ਵਧੀਆ। ਤੁਸੀਂ ਅੱਜ ਦੇ ਇਕੱਠ ਤੋਂ ਇਹ ਹਿਸਾਬ ਲਾ ਸਕਦੇ ਹੋ ਵੀ ਅੱਜ ਜੇ ਇੰਨੀ ਪਬਲਿਕ ਆਈ ਤਾਂ ਆਉਣ ਵਾਲੀ 26 ਤਰੀਕ ਨੂੰ ਇਸ ਤੋਂ ਕਈ ਗੁਣਾ ਜ਼ਿਆਦਾ ਪਬਲਿਕ ਆਏਗੀ ਤੇ ਹਾਲਾਤ ਸਰਕਾਰ ਨੂੰ ਹਾਲਾਤਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਛੇਤੀ ਸਮਝ ਜਾਣਾ ਚਾਹੀਦਾ। ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਕਿਉਂਕਿ ਕਿਸਾਨ ਅੰਨੀ ਬੋਲੀ ਸਰਕਾਰ ਹੈ ਤੇ ਕਿਸਾਨ ਇਹਨੂੰ ਜਗਾਉਣ ਦਾ ਕੰਮ ਕਰ ਰਹੇ ਨੇ। ਅਸੀਂ ਤਾਂ ਇਹ ਕਹਾਂਗੇ ਵੀ ਜਿੰਨੀ ਜਲਦੀ ਮੰਨ ਜਾਓਗੇ ਉਹਨੇ ਤੁਹਾਡੇ ਲਈ ਚੰਗਾ ਰਹੇਗਾ ਆਉਣ ਵਾਲੇ ਸਮੇਂ 'ਚ। ਤੁਸੀਂ ਵੇਖ ਸਕਦੇ ਹੋ ਕਿ ਸਰਕਾਰ ਨੂੰ ਲਗਾਤਾਰ ਕਿਸਾਨ ਜਿਹੜੀ ਅਪੀਲ ਕਰ ਰਹੇ ਨੇ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੀ ਟਰੈਕਟਰ ਪਰੇਡ ਬਾਰੇ ਵਿੱਚ? ਟਰੈਕਟਰ ਪਰੇਡ ਬਾਰੇ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਜੀ, ਇੱਕ ਟ੍ਰੇਲਰ ਦਿਖਾਇਆ ਸੀ ਮੋਦੀ ਸਾਹਿਬ ਨੂੰ। ਅਸੀਂ ਕਹਿੰਦੇ ਹਾਂ 26 ਜਨਵਰੀ ਨੂੰ ਅਸੀਂ ਉਹਨਾਂ ਨੂੰ ਝੰਡਾ ਕਿਸਾਨੀਆਂ ਝੂਲੂਗਾ ਉੱਥੇ। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਰ ਇੱਕ ਕਿਸਾਨ ਦੇ ਅੰਦਰ ਇੱਕੋ ਇੱਕ ਇਹੋ ਜਜ਼ਬਾ ਹੈ ਕਿ ਅੱਜ ਤਾਂ ਸਿਰਫ ਇੱਕ ਟ੍ਰੇਲਰ ਹੈ, ਆਉਣ ਵਾਲੀ 26 ਜਨਵਰੀ ਨੂੰ ਕਿਸਾਨੀ ਅੰਦੋਲਨ ਦਾ ਝੰਡਾ ਵੀ ਲਹਿਰਾਇਆ ਜਾਏਗਾ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅਸੀਂ ਕਹਿਣਾ ਚਾਹੁੰਦੇ ਅਸੀਂ ਆਏ ਹਾਂ मोदी सरकार को कहना चाहते हैं अपने तीनों कानून वापस लो क्योंकि ठंड में इतने हमारे शहीद हो चुके हैं। मोदी ने भी शर्म नहीं आ रही है, उसको शर्म आनी चाहिए भी हमारे किसान शहीद हो रहे हैं, इतनी ठंड में बैठे हुए हैं और गर्म कपड़े में गर्म वस्त्र में बैठे हैं। उन्हें देखना चाहिए किसानों की तरफ से, क्योंकि बनाया किसने हो? किसानों ने बनाया है। किसानों की आज देन है जो आज प्रधानमंत्री बनाया है। जो 26 तारीख दिया बहुत दूर है। हम कह रहे हैं भाई 26 तारीख से पहले इसका सोल्यूशन निकालना चाहिए। इसका मतलब किसानों को लड़ाई हम लड़ रहे हैं, ये लड़ाई उन्हें हमारी सुननी चाहिए। जी बिल्कुल, ਤੁਸੀਂ ਵੇਖ ਸਕਦੇ ਹੋ ਕਿ ਕਿਸਾਨਾਂ ਦਾ ਸਿਰਫ ਇੱਕੋ ਇੱਕ ਕਹਿਣਾ ਹੈ ਕਿ ਜਿਹੜਾ ਕਾਨੂੰਨ ਹੈ ਰੱਦ ਹੀ ਕੀਤੇ ਜਾਣ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਮੈਂ ਹਲਚਲ ਟੀਵੀ ਕੈਨੇਡਾ ਵੱਲੋਂ ਜਸ਼ਨ ਆ। ਸੋ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਅੱਜ ਦੀ ਟਰੈਕਟਰ ਪਰੇਡ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਮੋਦੀ ਸਰਕਾਰ ਨੂੰ ਇੱਕ ਜਗਾਉਣ ਦੀ ਸਾਡੀ ਇੱਕ ਪ੍ਰਯਾਸ ਹੈ, ਸਾਡੀ ਇੱਕ ਕੋਸ਼ਿਸ਼ ਹੈ ਕਿ ਸਾਡੇ ਪ੍ਰਧਾਨ ਮੰਤਰੀ ਜਲਦੀ ਜਾਗ ਜਾਣ ਤੇ ਉਹਨਾਂ ਲਈ ਓਨਾ ਹੀ ਚੰਗਾ ਹੈ ਕਿਉਂਕਿ ਇਹ ਜਿਹੜਾ ਖਾਲਸਾ ਆ ਇਹ ਜਦੋਂ ਇੱਕ ਆਵਾਜ਼ ਉਠਾ ਲੈਂਦਾ ਤੇ ਫਿਰ ਵਾਪਸ ਨਹੀਂ ਮੁੜਦਾ। ਸੋ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਹਿੰਦੇ ਨੇ ਜਿੱਤ ਦੇ ਨਿਸ਼ਾਨ ਲਾਏ ਜਾਂਦੇ ਝੰਡੇ ਨਾਲ। ਸੋ ਕਿਸਾਨੀ ਝੰਡਾ ਵੀ ਪਹਿਲਾਂ ਖਾਲਸੇ ਦਾ ਝੰਡਾ ਲਹਿਰਾਇਆ ਗਿਆ ਜਿਹੜਾ ਕਿ ਇੱਕ ਜਿੱਤ ਦਾ ਪ੍ਰਤੀਕ ਹੈ। ਸੋ ਹਰ ਕਿਸੇ ਦਾ ਸਿੱਖ ਜਥੇਬੰਦੀਆਂ ਦਾ ਕੋਈ ਇਹੋ ਹੀ ਕਹਿਣਾ ਹੈ ਕਿ ਸਰਕਾਰ ਜਿਹੜੀ ਜਾਗ ਜਾਏ। ਅੰਨੀ ਬੋਲੀ ਸਰਕਾਰ ਜਿੰਨੀ ਜਲਦੀ ਜਾਗੇਗੀ ਉਨਾ ਹੀ ਸਰਕਾਰ ਦੇ ਲਈ ਵਧੀਆ ਹੋਏਗਾ। ਹੋਰ ਕੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਤਾਂ ਇਹ ਕਹਿੰਦੇ ਹਾਂ ਕਿ ਪਹਿਲਾਂ ਕੀਤੀ ਰਿਕੁਐਸਟ ਤੇ ਫਿਰ ਅਸੀਂ ਹੁਣ ਉਹਨਾਂ ਨੂੰ ਦੱਸ ਦਿੱਤਾ ਹੈ ਕਿ ਅਸੀਂ ਕੀ ਕਰ ਸਕਦੇ ਹਾਂ ਤੇ ਤੁਸੀਂ ਜਲਦੀ ਇਸ ਚੀਜ਼ ਦਾ ਫੈਸਲਾ ਲਓ ਕਿ ਇਸ ਤੋਂ ਪਹਿਲਾਂ ਕਿ ਅਸੀਂ ਦਿੱਲੀ 'ਚ ਦਾਖਲ ਹੋ ਜਾਈਏ। ਅਸੀਂ ਨਹੀਂ ਚਾਹੁੰਦੇ ਕਿ ਅਸੀਂ ਕੋਈ ਇਹੋ ਜਿਹਾ ਕੰਮ ਕਰੀਏ ਜਿਹੜਾ ਸਰਕਾਰ ਸਾਨੂੰ ਗਲਤ ਕਹੇ। ਅਸੀਂ ਚਾਹੁੰਦੇ ਹਾਂ ਕਿ ਅਸੀਂ ਸਰਕਾਰ ਨੂੰ ਆਪਣੇ ਵਿਸ਼ਵਾਸ 'ਚ ਲੈ ਕੇ ਅਸੀਂ ਉਸ ਝੰਡਾ ਬੁਲੰਦ ਕਰੀਏ ਕਿ ਜਿਹੜਾ ਸਾਡੀ ਮੰਗ ਹੈ ਉਹਨੂੰ ਜਲਦੀ ਮੰਨ ਲਈ ਜਾਵੇ ਤਾਂ ਉਨਾ ਹੀ ਚੰਗਾ ਆ। ਤੁਸੀਂ ਵੇਖ ਸਕਦੇ ਹੋ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਸ਼ਾਂਤਮਈ ਢੰਗ ਦੇ ਨਾਲ ਇਹ ਪ੍ਰਦਰਸ਼ਨ ਸ਼ੁਰੂ ਹੋਇਆ ਸੀ ਤੇ ਸ਼ਾਂਤਮਈ ਢੰਗ ਦੇ ਨਾਲ ਹੀ ਇਹ ਜਿਹੜਾ ਪ੍ਰਦਰਸ਼ਨ ਹੈ ਖਤਮ ਕੀਤਾ ਜਾਵੇ। ਸੋ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਟਰੈਕਟਰ ਵੱਧਦੇ ਹੀ ਜਾ ਰਹੇ ਨੇ। ਟਰੈਕਟਰਾਂ ਦਾ ਕਾਫਲਾ ਲਗਾਤਾਰ ਦਿੱਲੀ ਦਾ ਘਿਰਾਓ ਕਰਦਾ ਜਾ ਰਿਹਾ। ਹਰ ਇੱਕ ਨੈਸ਼ਨਲ ਹਾਈਵੇ ਦੇ ਉੱਤੇ ਚੱਕਾ ਜਾਮ ਵੀ ਹੋ ਚੁੱਕਿਆ ਹੋਇਆ। ਟਰੈਕਟਰਾਂ ਦੇ ਰਾਹੀਂ ਗੱਡੀਆਂ ਦੇ ਰਾਹੀਂ ਜਿਹੜਾ ਅੱਜ ਟਰੈਕਟਰ ਪਰੇਡ ਕਰਕੇ ਉੱਤੇ ਝੰਡੇ ਲਗਾ ਕੇ ਲਗਾਤਾਰ ਮੋਦੀ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਨੇ। ਕਿਸਾਨਾਂ ਦਾ ਇੱਕੋ ਇੱਕ ਇਹੋ ਕਹਿਣਾ ਹੈ ਕਿ ਸਰਕਾਰ ਜਿਹੜੀ ਹੈ ਸਾਨੂੰ ਸਾਡੇ ਹੱਕ ਵਾਪਸ ਦੇ ਦੇਣ। ਹੱਕ ਲਏ ਬਿਨਾ ਉਹ ਕਦੇ ਵੀ ਵਾਪਸ ਨਹੀਂ ਮੁੜਨਗੇ। ਸੋ ਆਓ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਟਰੈਕਟਰ ਪਰੇਡ ਰਾਹੀਂ ਅੱਜ? ਦੇਖੋ, ਅਸੀਂ ਤਾਂ ਕਹਿਣਾ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਵੀ ਇੰਨੀ ਛੇਤੀ ਅਸੀਂ ਦਮੜੇ ਵਾਲੀ ਕੌਮ ਹੈ ਨਹੀਂ
ਇਹ ਤਾਂ ਇਹਨਾਂ ਨੂੰ ਇੱਕ ਅੱਜ ਟ੍ਰੇਲਰ ਦਿਖਾਇਆ ਹੈ। ਬਾਕੀ ਤੁਹਾਨੂੰ ਪਤਾ ਵੀ 26 ਤਰੀਕ ਨੂੰ ਪੰਜਾਬ ਤੋਂ ਹੋਰ ਵੀ 5-7 ਲੱਖ ਟਰੈਕਟਰ ਆ ਰਹੇ ਆ। ਇਹ ਅਸੀਂ ਦਬਣਿਆ ਹੋਇਆ ਤਾਂ ਹੈ ਨਹੀਂ ਹੁਣ। ਤੁਸੀਂ ਦੇਖ ਸਕਦੇ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਕਹਿਣਾ ਹੈ ਕਿ ਆਉਣ ਵਾਲੀ 26 ਤਰੀਕ ਨੂੰ ਹੋਰ ਵੀ ਜ਼ਿਆਦਾ ਟਰੈਕਟਰ ਇੱਥੇ ਆਉਣਗੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਜਿਹੜੀ ਟਰੈਕਟਰ ਪਰੇਡ ਹੋ ਰਹੀ ਹੈ ਇਸ ਬਾਰੇ ਵਿੱਚ? ਇਹ ਇੱਕ ਰਿਹਰਸਲ ਪਰੇਡ ਆ ਜਿਹੜੀ ਆਪਾਂ 26 ਤਰੀਕ ਦਾ ਪ੍ਰੋਗਰਾਮ ਲਿਖਿਆ ਗਿਆ, ਜਿਹਦੀ ਅਜੇ ਡਿਟੇਲਸ ਦਾ 23 ਤਰੀਕ ਨੂੰ ਸਾਰਾ ਅਨਾਉਂਸ ਕੀਤਾ ਜਾਊਗਾ। ਇਹ ਅੱਜ ਇੱਕ ਰਿਹਰਸਲ ਪਰੇਡ ਜਿਸ ਤਰ੍ਹਾਂ ਗਵਰਨਮੈਂਟ ਆਪਣੇ ਤਰੀਕੇ ਤੇ ਕਰਦੀ ਹੈ, ਕਿਸਾਨ ਆਪਣੇ ਤੌਰ ਤੇ ਅੱਜ 26 ਤਰੀਕ ਦੀ ਤਿਆਰੀ ਵਾਸਤੇ ਰਿਹਰਸਲ ਪਰੇਡ ਕਰ ਰਹੇ ਨੇ। ਤੇ ਤੁਸੀਂ ਵੇਖ ਸਕਦੇ ਕਿ ਕਿਸ ਤਰੀਕੇ ਨਾਲ ਕਿਸਾਨਾਂ ਦਾ ਕਹਿਣਾ ਹੈ ਕਿ ਅੱਜ ਇਹ ਸਿਰਫ ਇੱਕ ਰਿਹਰਸਲ ਹੈ। ਸੋ ਇਹ 26 ਜਨਵਰੀ ਵਾਲੇ ਦਿਨ ਦਿਖਾਉਣਗੇ ਸਰਕਾਰ ਨੂੰ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਾਨੂੰਨ ਹੈ ਅਗਰ ਰੱਦ ਨਾ ਹੋਏ ਤੇ ਤਿਰੰਗੇ ਝੰਡੇ ਦੇ ਨਾਲ ਨਾਲ ਕਿਸਾਨੀ ਅੰਦੋਲਨ ਦਾ ਝੰਡਾ ਵੀ ਲਹਿਰਾਇਆ ਜਾਵੇਗਾ। ਤੁਸੀਂ ਵੇਖ ਸਕਦੇ ਹੋ ਪ੍ਰਦਰਸ਼ਨ ਲਗਾਤਾਰ ਜਿਹੜੇ ਟਰੈਕਟਰ ਵੱਧਦੇ ਹੀ ਜਾ ਰਹੇ ਨੇ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੇ ਜਿਹੜਾ ਦਿੱਲੀ ਦਾ ਘਿਰਾਵ ਕਰਨਾ ਸ਼ੁਰੂ ਕਰ ਦਿੱਤਾ ਹੋਇਆ ਹੈ। ਆਉਣ ਵਾਲੇ ਟਾਈਮ ਦੇ ਵਿੱਚ ਜਲਦੀ ਹੀ ਇਹ ਲਾਲ ਕਿਲੇ ਤੱਕ ਪਹੁੰਚਣਗੇ ਤੇ ਉੱਥੇ ਜਾ ਕੇ ਕਿਸਾਨੀ ਅੰਦੋਲਨ ਦਾ ਜਿਹੜਾ ਝੰਡਾ ਲਹਿਰਾਉਣਗੇ। ਸੋ ਤੁਸੀਂ ਮੇਰੇ ਨਾਲ ਜੁੜੇ ਰਹੋ। ਮੈਂ ਹਾਂ ਜਸ਼ਨ, ਹਲਚਲ ਟੀਵੀ ਕੈਨੇਡਾ। ਤੁਸੀਂ ਵੇਖ ਸਕਦੇ ਹੋ ਕਿ ਰੋਡ ਤੇ ਪੈਟਰੋਲਿੰਗ ਕਰਨ ਵਾਲੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਵੱਲੋਂ ਇੱਥੇ ਮੈਡੀਕਲ ਕੈਂਪ ਜਿਹੜਾ ਲਗਾਇਆ ਗਿਆ ਹੈ, ਕਿਉਂਕਿ ਟਰੈਕਟਰ ਪਰੇਡ ਅੱਜ ਲਗਾਤਾਰ ਨੈਸ਼ਨਲ ਹਾਈਵੇ ਤੇ ਚੱਲ ਰਹੇ ਨੇ। ਦਿੱਲੀ ਦਾ ਘਿਰਾਵ ਲਗਾਤਾਰ ਹੋ ਰਿਹਾ। ਸੋ ਇਸ ਟਰੈਕਟਰ ਪਰੇਡ ਦੇ ਵਿੱਚ ਕੋਈ ਵੀ ਹਾਦਸਾ ਗ੍ਰਸਤ ਨਾ ਹੋਵੇ, ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਥੇ ਪੈਟਰੋਲਿੰਗ ਕਰਨ ਵਾਲੀ ਸੰਸਥਾਵਾਂ ਨੇ ਜਿਹੜਾ ਮੈਡੀਕਲ ਕੈਂਪ ਲਗਾਇਆ ਹੋਇਆ। ਹਰ ਇੱਕ ਦਵਾਈ ਇੱਥੇ ਅਵੇਲੇਬਲ ਹੈ, ਹਰ ਇੱਕ ਮੈਡੀਕਲ ਸੁਵਿਧਾ ਇੱਥੇ ਉਪਲਬਧ ਕਰਵਾਈ ਗਈ ਹੈ ਤਾਂ ਜੋ ਕਿਸਾਨਾਂ ਨੂੰ ਜੋ ਕਿ ਪ੍ਰਦਰਸ਼ਨ ਕਰ ਰਹੇ ਨੇ, ਅੱਜ ਟਰੈਕਟਰ ਪਰੇਡ ਕਰ ਰਹੇ ਨੇ, ਉਹਨਾਂ ਨੂੰ ਕਿਸੇ ਵੀ ਸਮੱਸਿਆ ਦਾ ਕੋਈ ਸਾਹਮਣਾ ਨਾ ਕਰਨਾ ਪਵੇ ਤੇ ਇਹ ਪ੍ਰਦਰਸ਼ਨ ਹੈ ਲਗਾਤਾਰ ਚੱਲਦਾ ਰਹੇ। ਆਓ ਅਸੀਂ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਹਾਂ ਜਸ਼ਨ, ਹਲਚਲ ਟੀਵੀ ਕੈਨੇਡਾ ਵੱਲੋਂ। ਹਾਂਜੀ ਸਰ। ਹਾਂਜੀ ਤੁਸੀਂ ਅੱਜ ਇਹ ਮੈਡੀਕਲ ਕੈਂਪ ਲਗਾਇਆ, ਇਹ ਤੁਸੀਂ ਪਹਿਲਾਂ ਡਿਸਾਈਡਡ ਸੀ ਜਾਂ ਟਰੈਕਟਰ ਪਰੇਡ ਨੂੰ ਲੈ ਕੇ ਅੱਜ ਹੀ ਤੁਸੀਂ ਲਗਾਇਆ? ये पहले डिसाइड नहीं था मैम, ये मेरे पास वहाँ पे मैं क्वार्टर पे था तो मेरे पास में वहाँ पे मरीज आते तो मेरे ऊपर से मैंने कॉल की तो बोले वहाँ पे रोड पे जाके आप कैंप लगाओ, यहाँ पे मरीज आएंगे तंग हो गए, वहाँ पे जाके कुछ सेवा करो किसानों की। ਤੁਸੀਂ ਦੇਖ ਸਕਦੇ ਹੋ ਕਿ ਡਾਕਟਰਸ ਦੇ ਅੰਦਰ ਵੀ ਕਿੰਨੀ ਜ਼ਿਆਦਾ ਸੇਵਾ ਭਾਵਨਾ, ਆਪਣੀਆਂ ਨੌਕਰੀਆਂ, ਆਪਣੇ ਕੈਮਿਸਟ, ਆਪਣੇ ਹਸਪੀਟਲ ਨੂੰ ਛੱਡ ਕੇ ਸੇਵਾ ਭਾਵਨਾ ਇਸ ਕਦਰ ਤੱਕ ਵੱਧ ਚੁੱਕੀ ਹੈ ਕਿ ਰੋਡ ਤੇ ਉਹਨਾਂ ਨੇ ਆਪਣਾ ਮੈਡੀਕਲ ਸੁਵਿਧਾ ਉਪਲਬਧ ਕਰਵਾਈ ਹੋਈ ਹੈ ਟਰੈਕਟਰ ਪਰੇਡ ਕਰ ਰਹੇ ਕਿਸਾਨਾਂ ਨੂੰ ਤਾਂ ਜੋ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਟਰੈਕਟਰ ਪਰੇਡ ਬਾਰੇ ਵਿੱਚ? और तो मैम बहुत अच्छा काम है, किसानों के समर्थन के लिए हम इसकी सेवा के लिए भाव है, जो भी सेवा होगी हमसे वही सेवा करेंगे हम। फुल सपोर्ट हमारी किसानों की तरफ से। ਤੁਸੀਂ ਵੇਖ ਸਕਦੇ ਹੋ ਕਿ ਇਹ ਲੜਾਈ ਸਿਰਫ ਇੱਕ ਕਿਸਾਨਾਂ ਦੀ ਨਹੀਂ ਹੈ, ਆਮ ਵਰਗ ਦੇ ਲੋਕਾਂ ਦੀ ਵੀ ਇਹ ਲੜਾਈ ਹੈ ਕਿਉਂਕਿ ਕਾਲੇ ਕਾਨੂੰਨ ਹੈ ਜਿਹੜੇ ਹਰ ਕਿਸੇ ਤੇ ਮੰਦਾ ਅਸਰ ਪਾਉਣਗੇ। ਸੋ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਹਰ ਕਿਸੇ ਇਨਸਾਨ ਦੇ ਅੰਦਰ ਇੱਕੋ ਇੱਕ ਜਜ਼ਬਾ ਕਾਇਮ ਹੈ ਸੇਵਾ ਭਾਵਨਾ ਵਾਲਾ, ਤਾਂ ਜੋ ਕਿਸਾਨਾਂ ਨੂੰ ਜਾਂ ਪ੍ਰਦਰਸ਼ਨਕਾਰੀਆਂ ਨੂੰ ਕਿਸੇ ਵੀ ਸਮੱਸਿਆ ਦਾ ਕੋਈ ਸਾਹਮਣਾ ਨਾ ਕਰਨਾ ਪਵੇ। ਇਹ ਪ੍ਰਦਰਸ਼ਨ ਲਗਾਤਾਰ ਹੀ ਚੱਲਦਾ ਰਹੇਗਾ। ਇਸ ਤਰੀਕੇ ਦੇ ਨਾਲ ਹੀ ਆਮ ਵਰਗ ਦੇ ਲੋਕ ਵੀ ਇਸ ਪ੍ਰਦਰਸ਼ਨ ਦੇ ਵਿੱਚ ਜੁੜ ਚੁੱਕੇ ਨੇ। ਆਉਣ ਵਾਲੇ ਟਾਈਮ ਦੇ ਵਿੱਚ 26 ਜਨਵਰੀ ਦੇ ਵਿੱਚ 5 ਤੋਂ 7 ਲੱਖ ਜਿਹੜੇ ਟਰੈਕਟਰ ਹੈ ਹੋਰ ਦਿੱਲੀ ਦੇ ਵਿੱਚ ਐਂਟਰ ਕਰਨਗੇ। ਦਿੱਲੀ ਦੀ ਹਿੱਕ ਤੇ ਲਾਲ ਕਿਲੇ ਦੇ ਵਿੱਚ ਤਿਰੰਗੇ ਝੰਡੇ ਦੇ ਨਾਲ ਨਾਲ ਕਿਸਾਨੀ ਝੰਡਾ ਵੀ ਲਹਿਰਾਇਆ ਜਾਵੇਗਾ। ਸੋ ਮੈਂ ਤੁਹਾਨੂੰ ਲਾਈਵ ਅਪਡੇਟ ਦਿੰਦੀ ਰਹਾਂਗੀ, ਤੁਸੀਂ ਮੇਰੇ ਨਾਲ ਜੁੜੇ ਰਹੋ। ਮੈਂ ਹਾਂ ਜਸ਼ਨ, ਹਲਚਲ ਟੀਵੀ ਕੈਨੇਡਾ। ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਨਾਲ ਕਿਸਾਨਾਂ ਦੇ ਵਿੱਚ ਜੋਸ਼ ਜਿਹੜਾ ਹੈਗਾ ਔਰ ਟਰੈਕਟਰ ਜਿਹੜਾ ਹੈਗਾ ਬਿਲਕੁਲ ਮੇਲ ਦਾ ਹੋਇਆ ਦਿੱਲੀ ਨੈਸ਼ਨਲ ਹਾਈਵੇ ਤੇ। ਔਰ ਟਰੈਕਟਰ ਜਿਹੜੇ ਕਿਸਾਨ ਨੇ ਉਹ ਕਿਤੇ ਨਾ ਕਿਤੇ ਕਰਤੱਵ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ ਔਰ ਉਹ ਜਿਹਨੂੰ ਕਹਿ ਸਕਦੇ ਆ ਵੀ ਆਪਣੀ ਜਿੱਤ ਦਾ ਝੰਡਾ ਜਿਹੜਾ ਲਹਿਰਾਇਆ ਹੋਇਆ ਦਿੱਲੀ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਸੀਂ ਇਸ ਸਮੇਂ ਵੇਖ ਰਹੇ ਹੋ ਕਿਸ ਤਰੀਕੇ ਨਾਲ ਟਰੈਕਟਰ ਦੇ ਉੱਤੇ ਜਿਹੜੇ ਕਿਸਾਨ ਨੇ ਉਹ ਕਰਤੱਵ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ।